ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪਰਿਆਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਿਲ ਨਾਮ ਬੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਮੰਨੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਬਾਕੀ ਗੁਰੂ ਸੋ ਪੰਖ ਸ਼ਬਦ ਗਾਨਾ। ਸਿੱਖ ਸਰ ਸੰਗ ਲਗੇ ਜਿਸ ਕੇ ਮਨ। ਜਨਮ ਮਰਨ ਜੁਗ ਰਾਗ ਰੋਗ ਵੈਸ। ਹਰ ਇੱਕ ਸੋਗ ਕੋ ਜਹਾਂ ਨਾਲੀਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਜਿਸ ਤਰ੍ਹਾਂ ਹਮਾਊ ਪੰਛੀ ਦੇ ਖੰਭ ਤੀਰਾਂ ਨੂੰ ਆਪਣੇ ਦੇਸ਼ ਲੈ ਗਏ, ਉਸੇ ਤਰ੍ਹਾਂ ਗੁਰੂ ਉਹ ਪੰਛੀ ਹੈ ਆਕਾਸ਼ਾਂ 'ਚ ਵਸਣ ਵਾਲਾ, ਤੇ ਉਹਦੇ ਸ਼ਬਦ ਜਿਹੜੇ ਸਾਡੇ ਕੋਲ ਆ ਗਏ ਹਨ ਇਹ ਹੈ ਉਹਦੇ ਖੰਭ। ਤੇ ਜਿਹੜੇ ਸਿੱਖ ਦੇ ਮਨ ਰੂਪੀ ਤੀਰ ਨੂੰ ਇਹ ਖੰਭ ਲੱਗ ਜਾਵੇਗਾ, ਜਿਸ ਦੇ ਸ਼ਬਦ ਨਾਲ ਸੁਰਤ ਜੁੜ ਜਾਵੇਗੀ, ਉਹਨਾਂ ਸਿੱਖਾਂ ਨੂੰ ਇਹ ਸ਼ਬਦ ਉੱਥੇ ਲੈ ਜਾਵੇਗਾ ਜਿੱਥੋਂ ਆਏ। ਤੁਰ ਕੇ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਹ ਗੁਰੂ ਨਿਸਤਾਰੇ। ਇਹ ਵਿਚਾਰਾਂ ਕੱਲ ਆਪਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸੇ ਵਿਸ਼ੇ ਤੇ ਕੁਝ ਉਦਾਹਰਨਾਂ ਹੋਰ ਦਿੰਦੇ ਨੇ। ਇਹ ਵੀ ਆਪਾਂ ਅੱਜ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਲੱਗ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪੰਖੀ ਗੁਰੂ ਸੋ ਪੰਖ ਸ਼ਬਦ ਗਨ। ਸਿੱਖ ਸਰ ਸੰਗ ਲਗੇ ਜਿਸ ਕੇ ਮਨ। ਧੰਨ ਗੁਰੂ ਗੋਬਿੰਦ ਸਿੰਘ ਜੀ ਹਮਾਊ ਪੰਛੀ ਦੇ ਖੰਭਾਂ ਨੂੰ ਤੀਰਾਂ ਨਾਲ ਜੋੜ ਕੇ ਆਕਾਸ਼ਾਂ ਵੱਲ ਛੱਡਦੇ ਆ। ਉਹ ਤੀਰ ਵਾਪਸ ਨਹੀਂ ਆਉਂਦੇ। ਸਿੰਘਾਂ ਨੇ ਪੁੱਛਿਆ ਜੀ ਤੀਰ ਕਿੱਧਰ ਗਏ? ਤੇ ਪਾਤਸ਼ਾਹ ਕਹਿੰਦੇ ਜਿੱਥੋਂ ਖੰਭ ਆਏ ਸੀ। ਮਹਾਰਾਜ ਖੰਭ ਕਿੱਥੋਂ ਆਏ? ਕਹਿੰਦੇ ਇਹ ਸਾਨੂੰ ਰਿਸ਼ੀ ਜੀ ਦੇ ਗਏ ਸਨ। ਇਹ ਖੰਭ ਹਮਾਊ ਪੰਛੀ ਦੀ ਹੈ ਜਿਹੜਾ ਆਕਾਸ਼ਾਂ ਵਿੱਚ ਹੀ ਰਹਿੰਦਾ, ਥੱਲੇ ਨਹੀਂ ਆਉਂਦਾ। ਔਰ ਉੜਦਾ ਹੋਇਆ ਜੇ ਮਾਦਾ ਜਿਹੜੀ ਹਮਾਊ ਹੈ ਉਹ ਜਦ ਆਂਡਾ ਵੀ ਦਿੰਦੀ ਹੈ, ਉਹ ਆਂਡਾ ਵੀ ਫੁੱਟ ਜਾਂਦਾ ਹੈ ਤੇ ਪੰਛੀ ਪੈਦਾ ਹੋ ਕੇ ਫਿਰ ਉੱਪਰ ਹੀ ਉੱਡ ਜਾਂਦਾ ਹੈ। ਇਹ ਉਹਦੇ ਖੰਭ ਸਨ। ਉਹ ਤੀਰਾਂ ਦੇ ਨਾਲ ਆਪਾਂ ਜੋੜ ਦਿੱਤੇ ਤੇ ਖੰਭ ਜਿਹੜੇ ਹਨ ਤੀਰਾਂ ਨੂੰ ਆਪਣੇ ਦੇਸ਼ ਲੈ ਗਏ। ਸਿੱਖੋ ਇਹ ਤਾਂ ਮੈਂ ਤੁਹਾਨੂੰ ਸਮਝਾਉਣ ਵਾਸਤੇ ਇੱਕ ਉਦਾਹਰਨ ਵਰਤੀ ਹੈ। ਪ੍ਰਤੱਖ ਰੂਪ ਦੇ ਵਿੱਚ ਇਹ ਘਟਨਾ ਵੀ ਘਟੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਅਸਲੀ ਗੱਲ ਕਿ ਗੁਰੂ ਉਹ ਪੰਛੀ ਹੈ ਆਕਾਸ਼ਾਂ 'ਚ ਰਹਿਣ ਵਾਲਾ।
ਜਿਵੇਂ 10ਵੇਂ ਪਾਤਸ਼ਾਹ ਜੀ ਨੇ ਨੰਦੇੜ ਸਾਹਿਬ ਤੋਂ ਅਲੋਪ ਹੋਣ ਤੋਂ ਬਾਅਦ ਜਦੋਂ ਸਿੰਘਾਂ ਦੇ ਕੋਲ ਇੱਕ ਸਾਧੂ ਆਉਂਦਾ ਹੈ ਪ੍ਰਸ਼ਾਦ ਦਾ ਬਾਟਾ ਲੈ ਕੇ, ਔਰ ਸਿੰਘ ਰੋ ਰਹੇ ਸੀ ਤੇ ਕਹਿ ਰਹੇ ਸੀ ਕਿ ਸਾਨੂੰ ਗੁਰੂ ਸਾਹਿਬ ਇੱਥੇ ਲਿਆ ਕੇ ਛੱਡ ਗਏ ਹਨ। ਸਾਧੂ ਨੇ ਪੁੱਛਿਆ ਫਿਰ ਕੀ ਹੋ ਗਿਆ, ਫਿਰ ਮਿਲ ਜਾਣਗੇ? ਉਹ ਕਿੱਥੇ ਗਏ? ਕਹਿੰਦੇ ਜੀ ਉਹ ਤਾਂ ਪਰਲੋਕ ਚਲਾਣਾ ਕਰਕੇ। ਕਹਿੰਦੇ ਨਹੀਂ, ਉਹ ਤਾਂ ਇੱਥੇ ਹੀ ਮੈਨੂੰ ਮਿਲਿਆ, ਪ੍ਰਸ਼ਾਦ ਫੜਾਇਆ। ਨੀਲੇ ਘੋੜੇ ਤੇ ਜਾ ਰਹੇ ਸੀ, ਸ਼ਸਤਰ ਵਸਤਰ ਸਜੇ ਹੋਏ ਸੀ। ਮੈਨੂੰ ਕਹਿੰਦੇ ਜਾ ਕੇ ਸਿੱਖਾਂ ਨੂੰ ਧੀਰਜ ਦਿਓ, ਮੈਂ 2 ਦੇਸ਼ਾਂ ਦਾ ਵਾਸੀ ਹਾਂ, ਲੋਕ ਤੇ ਪਰਲੋਕ ਦੋਨਾਂ ਦੇਸ਼ਾਂ ਦਾ ਵਾਸੀ ਹਾਂ। ਜਦੋਂ ਯਾਦ ਕਰਨਗੇ ਮੈਂ ਫੇਰ ਆਊਂਗਾ, ਮੈਂ ਆਪਣੇ ਪੰਥ ਨੂੰ ਸਮੇਂ ਸਮੇਂ ਤੇ ਸੰਭਾਲਦਾ ਰਹੂੰਗਾ। ਹੁਣ ਰੋਣਾ ਧੋਣਾ ਬੰਦ ਕਰਕੇ ਚਿੰਤਾ ਨਾ ਕਰਨ, ਅਗਲੇ ਕਾਰਜਾਂ ਨੂੰ ਸ਼ੁਰੂ ਕਰਨ। ਤੋ ਸਾਧੂ ਨੇ ਆ ਕੇ ਇਹ ਸੁਨੇਹਾ ਪਾਤਸ਼ਾਹ ਦਾ ਸਿੰਘਾਂ ਨੂੰ ਦਿੱਤਾ ਸੀ। ਤੋ ਇੱਥੇ ਵੀ ਸਤਿਗੁਰੂ ਇਹੀ ਗੱਲ ਕਹਿੰਦੇ ਆ ਕਿ ਗੁਰੂ ਉਹ ਪੰਛੀ ਹੈ, ਜੇ ਲੋਕ ਵਿੱਚ ਗੁਰੂ ਬਣ ਕੇ ਆਇਆ ਤੇ ਪਰਲੋਕ ਦੇ ਵਿੱਚ ਉਹ ਪਰਮੇਸ਼ਰ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਆਪ ਹੀ ਸ਼ਬਦ ਬਣ ਗਿਆ, ਆਪ ਹੀ ਗੁਰੂ ਬਣ ਗਿਆ, ਆਪ ਹੀ ਪਰਮੇਸ਼ਰ ਸੀ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਗੁਰੂ ਉਹ ਪੰਛੀ ਹੈ ਤੇ ਗੁਰੂ ਦੇ ਮੁਖ ਚੋਂ ਉਚਾਰਨ ਹੋਏ ਉਹ ਖੰਭ ਹਨ। ਔਰ ਜੇ ਸਿੱਖ ਦੇ ਮਨ ਨਾਲ ਜੁੜ ਜਾਵਣ ਜੀ, ਜਨਮ ਮਰਨ ਜੁਗ ਰਾਗ ਰੋਗ ਵੈਸ਼, ਹਰ ਕੋ ਸੋਗ ਕੋ ਜਹਾਨ ਅਧੀਸ਼। ਤਾਂ ਇਹ ਸ਼ਬਦ ਸਿੱਖ ਦੀ ਸੁਰਤ ਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਖੁਸ਼ੀ ਗਮੀ ਨਹੀਂ, ਕੋਈ ਝਗੜਾ ਨਹੀਂ, ਕੋਈ ਆਨੰਦ ਨਹੀਂ ਹੈ। ਕੋਈ ਆਨੰਦ ਹੀ ਆਨੰਦ ਹੈ, ਕੋਈ ਦੁੱਖ ਨਹੀਂ ਹੈ। ਰਾਗ ਹੁੰਦਾ ਮੋਹ ਤੇ ਦਵੈਸ਼ ਹੁੰਦੀ ਹੈ ਈਰਖਾ, ਜਿੱਥੇ ਦਵੈਸ਼ ਤੇ ਈਰਖਾ ਵੀ ਨਹੀਂ ਹੈ। ਉਸੇ ਹੀ ਜਗ੍ਹਾ ਦੀ ਗੱਲ ਭਗਤ ਰਵਿਦਾਸ ਜੀ ਕਰਦੇ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਵੀ ਹੈ। ਮੈਂ ਸਰਬੱਤ ਸੰਗਤਾਂ ਨੂੰ ਭਗਤ ਜੀ ਦੇ ਜਨਮ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵੀ ਦਿੰਦਾ ਹਾਂ। ਤੋ ਪ੍ਰਵਾਨ ਹੋਵਣ। ਤੋ ਭਗਤ ਰਵਿਦਾਸ ਜੀ ਕਹਿੰਦੇ ਮੈਂ ਇੱਕ ਐਸਾ ਦੇਸ਼ ਬਣਾਉਣਾ ਚਾਹੁੰਦਾ ਹਾਂ, ਮੰਗਦਾ ਹਾਂ, ਪ੍ਰਾਪਤ ਕਰਨਾ ਚਾਹੁੰਦਾ ਹਾਂ ਜੀ। ਕੈਸਾ? ਜਿਸ ਦਾ ਨਾਮ ਹੋਵੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਭਗਤ ਜੀ ਕਹਿੰਦੇ ਮੈਨੂੰ ਮਿਲ ਗਿਆ ਅਬ ਖੂਬ ਵਤਨ ਗਏ ਭਾਈ, ਉਹਾ ਖੈਰ ਸਦਾ ਮੇਰੇ ਭਾਈ। ਉੱਥੇ ਆਨੰਦ ਹੀ ਆਨੰਦ ਹੈ, ਖੈਰ ਸਭ ਨੂੰ ਸੁੱਖ ਹੈ, ਉੱਥੇ ਕਿਸੇ ਨੂੰ ਦੁੱਖ ਨਹੀਂ ਹੈ, ਉੱਥੇ ਕੋਈ ਟੈਕਸ ਨਹੀਂ ਲੱਗਦਾਗਾ। ਤਾਂ ਗੁਰੂ ਪਿਆਰਿਓ, ਗੁਰਬਾਣੀ ਜਿਹੜੀ ਹੈ ਇਹ ਕੇਵਲ ਅਧਿਆਤਮਕ ਦੀਆਂ ਗੱਲਾਂ ਨਹੀਂ ਕਰਦੀ, ਇਹ ਮਾਤ ਲੋਕ ਦੇ ਸਾਡੇ ਰੋਜ਼ਾਨਾ ਜੀਵਨ ਨੂੰ ਵੀ ਸੁਧਾਰਨਾ ਚਾਹੁੰਦੀ ਹੈ। ਹੁਣ ਜੇ ਕਿਤੇ ਇਹੋ ਜਿਹਾ ਰਾਜ ਇੱਥੇ ਹੋ ਜਾਵੇ ਸਾਡੀ ਦੁਨੀਆ ਦੇ ਵਿੱਚ, ਸਾਡੇ ਸੰਸਾਰ ਦੇ ਵਿੱਚ, ਭਾਰਤ ਵਰਸ਼ ਵਿੱਚ, ਤੇ ਜਿੱਥੇ ਕਿ ਨਾ ਕਿਸੇ ਨੂੰ ਟੈਕਸ ਲੱਗੇ, ਨਾ ਕਿਸੇ ਨੂੰ ਦੁੱਖ ਹੋਵੇ, ਨਾ ਕਿਸੇ ਨੂੰ ਤਕਲੀਫ ਹੋਵੇ, ਬੇਗਮਪੁਰਾ ਜਿੱਥੇ ਕੋਈ ਗਮ ਹੀ ਨਾ ਹੋਵੇ, ਬੇਗਮ ਜਿੱਥੇ ਕੋਈ ਗਮ ਨਹੀਂ ਹੈ, ਐਸਾ ਦੇਸ਼ ਹੋਵੇ। ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਨਾ ਉੱਥੇ ਖਰਾਜ ਟੈਕਸ ਲੱਗਦਾ ਹੈ, ਨਾ ਕਿਸੇ ਨੂੰ ਕੋਈ ਦੁੱਖ ਦਿੰਦਾ, ਨਾ ਕੋਈ ਝਿੜਕਦਾ। ਖੌਫ ਨਾ ਖਤਾ, ਨਾ ਕੋਈ ਡਰਦਾ ਨਾ ਡਰਾਉਂਦਾ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ। ਉੱਥੇ ਸਾਰੇ ਇੱਕੋ ਜਿਹੀ ਆ। ਸੱਚਖੰਡ ਦੀ ਗੱਲ ਹੈ, ਉੱਥੇ ਅਨੰਦਪੁਰੀ ਵੀ ਉਸੇ ਨੂੰ ਕਿਹਾ ਹੈ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਇਹ ਸ਼ਬਦ ਰੂਪੀ ਖੰਭ ਜੇ ਇਹਨਾਂ ਨਾਲ ਤੁਹਾਡੀ ਸੁਰਤ ਰੂਪੀ ਤੀਰ ਲੱਗ ਜਾਵੇ ਤਾਂ ਉਸ ਦੇਸ਼ ਵਿੱਚ ਲੈ ਜਾਵੇਗਾ ਜਿੱਥੇ ਕੋਈ ਖੁਸ਼ੀ ਗਮੀ और ईर्खा द्वेष नहीं हैगी। गुरपंखी को बासा कहा एक रस अनंद उदित नित जहां। और उथे गुरु पंछी वसदा है एक रस आनंद दे समुंदर विच डुब जाना। जिस तरह गुरु गोबिंद सिंह जी अपने पिछले जन्म बारे भी कहते हैं, कहते कत तपस्या जब भयो दवै ते एक रूप होए गयो चित न भयो हमरो आवर कहे चुभी रही सुरत प्रभ चरणन मह। ਉਹ ਵੀ ਉਸੇ ਚੀਜ਼ ਦੇ ਨਾਲ ਸੰਬੰਧ ਰੱਖਦੀ ਹੈ ਗੱਲ। ਮੇਰੇ ਪ੍ਰੀਤਮ ਜੀ ਕਹਿੰਦੇ ਗੁਰੂ ਉੱਥੇ ਵਸਦਾ ਜਿੱਥੇ ਹਮੇਸ਼ਾ ਇੱਕ ਰਸ ਆਨੰਦ ਵਰਤ ਰਿਹਾ ਹੈ ਜੀ। ਜੇ परिणाम ना होत कदाई तैसे सर को देत बचाए। ਔਰ ਜਿੱਥੇ ਕਦੇ ਵੀ ਵਾਤਾਵਰਨ ਬਦਲਦਾ ਨਹੀਂ, ਬਦਲਾਅ ਨਹੀਂ ਆਉਂਦਾ। ਇੱਥੇ ਦੁਨੀਆ ਵਿੱਚ ਤਾਂ ਕਦੇ ਗਰਮੀ ਕਦੇ ਸਰਦੀ ਬਦਲਦੀ ਰਹਿੰਦੀ ਹੈ ਰੁੱਤਾਂ, ਪਰ ਉੱਥੇ ਰੁੱਤ ਬਦਲਦੀ ਕੋਈ ਨਹੀਂ।
ऐसी जगह है ओ तथा परिदृष्टांत सुनीजै जिसको जान नाम रस पीजै। ਇਹ ਗੁਰੂ ਦੇ ਉਚਾਰਨ ਕੀਤੇ ਸ਼ਬਦ ਰੂਪੀ ਖੰਭ ਜਿਹੜੇ ਹਨ ਸਿੱਖ ਦੀ ਸੁਰਤ ਨਾਲ ਜੋੜ ਕੇ ਉੱਥੇ ਲੈ ਜਾਂਦੇ ਹਨ। ਆਓ ਇਸੇ ਵਿਸ਼ੇ ਤੇ ਕੁਝ ਹੋਰ ਉਦਾਹਰਨਾਂ ਵੀ ਸਾਂਝੀਆਂ ਕਰਦੇ ਹਾਂ। ਨਾਮ ਪੰਖ ਨਾਮੀ ਸੋ ਬਿਹੰਗ ਜੋ ਜਗਿਆਸੀ ਲਾਗਿਓ ਸੰਗ। ਔਰ ਇੱਕ ਹੋਰ ਗੱਲ ਕਰਾਂ ਕਿ ਨਾਮ ਹੈ ਜਿਹੜਾ ਪਰਮੇਸ਼ਰ ਦਾ, ਜਿਵੇਂ ਆਪਾਂ ਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ ਹੈ, ਕਹਿੰਦੇ ਜਿਹੜਾ ਨਾਮ ਹੈ ਇਹ ਪੰਖ ਖੰਭ ਹਨ ਤੇ ਨਾਮੀ ਜਿਹੜਾ ਹੈ ਉਹ ਪੰਛੀ ਬਿਹੰਗ ਕਹਿੰਦੇ ਆ ਪੰਛੀ ਨੂੰ। ਤੇ ਨਾਮੀ ਕੌਣ ਹੈ? ਪਰਮੇਸ਼ਰ। ਤੇ ਪਰਮੇਸ਼ਰ ਦਾ ਨਾਮ ਸਾਨੂੰ ਦਿੱਤਾ ਗਿਆ ਵਾਹਿਗੁਰੂ ਜਪਣ ਵਾਸਤੇ। ਪਰਮੇਸ਼ਰ ਕਹਿੰਦੇ ਰਹਿੰਦੇ ਆਕਾਸ਼ਾਂ ਦੇ ਵਿੱਚ ਸੱਚਖੰਡ ਵਿੱਚ ਅਕਾਲ ਪੁਰਖ ਉੱਥੇ ਵਸਦਾ, ਅਸੀਂ ਇੱਥੇ ਫਿਰਦੇ ਹਾਂ। ਬਾਣੀ ਸਾਨੂੰ ਆਵਾਜ਼ਾਂ ਮਾਰ ਕੇ ਕਹਿੰਦੀ ਹੈ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਆਪਣਾ ਭਈ ਬਤੀਤ। ਅਸੀਂ ਕਿਦਣ ਦੇ ਭਟਕ ਰਹੇ ਹਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇਸ ਜਰੀਆ। ਇਸ ਕਰਕੇ ਸਿੱਖੋ ਨਾਮ ਜਿਹੜਾ ਹੈ ਇਹ ਖੰਭ ਹਨ, ਨਾਮੀ ਜਿਹੜਾ ਹੈ ਉਹ ਪਰਮੇਸ਼ਰ ਹੈ ਤੇ ਜਗਿਆਸੂ ਜਿਹੜਾ ਹੈ ਇਹ ਤੀਰ ਦੀ ਤਰ੍ਹਾਂ ਹੈ। ਪ੍ਰਾਨ ਅੰਤ ਲਗ ਤਿਆਗੋ ਨਾਹੀ ਲਾਗਿਓ ਰਿਓ ਨਾਮ ਰਸ ਮਾਹੀ। ਉਹ ਜਦੋਂ ਜਗਿਆਸੂ ਰੂਪੀ ਤੀਰ ਦੇ ਨਾਲ ਸ਼ਬਦ ਰੂਪੀ ਖੰਭ ਲੱਗ ਜਾਵੇਗਾ, ਗੁਰਮੰਤਰ ਰੂਪੀ ਨਾਮ ਰੂਪੀ ਖੰਭ ਲੱਗ ਜਾਵੇਗਾ ਔਰ ਅਖੀਰ ਤੱਕ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਹਨ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੋਹਿਓ ਫਿਰ ਦੇਖਣ ਕੀ ਆਸ। ਆਖਰੀ ਸਮੇਂ ਤੱਕ ਵੀ ਉਹਨਾਂ ਦੇ ਅੰਦਰ ਇਹ ਚੀਜ਼ ਬਣੀ ਹੋਈ ਹੈ। ਇਸ ਕਰਕੇ ਸਿੱਖ ਨੂੰ ਕਹਿੰਦੇ ਆਖਰੀ ਸਵਾਸਾਂ ਤੱਕ ਜੇ ਸੁਰਤ ਸ਼ਬਦ ਨਾਲ ਜੁੜੀ ਰਹੇ ਜੀ। ਪੰਖ ਨਾਮ ਦੇ ਸਰ ਜਗਿਆਸੀ ਜਾਇ ਮਿਲਾਵਤ ਸ੍ਰੀ ਪ੍ਰਭ ਪਾਸੇ। ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਵਾਹਿਗੁਰੂ ਇਹ ਜਗਿਆਸੂ ਰੂਪੀ ਤੀਰ ਨੂੰ ਉਸ ਪਰਮੇਸ਼ਰ ਰੂਪੀ ਹਮਾਊ ਪੰਛੀ ਦੇ ਕੋਲ ਲੈ ਜਾਂਦਾ ਹੈ। ਜੈ ਨਾਮੀ ਕੋ ਦੇਸ਼ ਸੁਹਾਵਨ ਤਾਹ ਕਰੇ ਬਿਨ ਬਿਲਮ ਬਚਾਵਨ। ਹਾਂ ਗੁਰੂ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਇੱਕ ਪੰਡਤ ਆ ਗਿਆ। ਪੰਡਤ ਕਹਿਣ ਲੱਗਿਆ ਜੀ ਮੈਂ ਤੁਹਾਨੂੰ ਕਥਾ ਸੁਣਾਇਆ ਕਰ। ਬੇਦਾ ਜੀ ਕਹਿੰਦੇ ਸੁਣਾ ਦਿਆ ਕਰ। ਹੁਣ ਵਿੱਚ ਸੂਝਵਾਨ ਬੜੇ ਪੁਰਾਤਨ ਸਿੰਘ ਵੀ ਬੈਠੇ ਹਨ। ਇੱਕ ਦਿਨ ਕਥਾ ਆ ਗਈ ਗੁਰੂ ਪਿਆਰਿਓ ਗਰੁੜ ਪੁਰਾਣ ਦੀ। ਉਹਦੇ ਵਿੱਚ ਗੱਲ ਚੱਲ ਰਹੀ ਸੀ ਕਿ ਜਦੋਂ ਜੀਵ ਮਰ ਜਾਂਦਾ ਹੈ ਉਸ ਨੂੰ ਜਿਹੜਾ ਹੈ 1 ਸਾਲ ਪਰਮੇਸ਼ਰ ਕੋਲ ਪਹੁੰਚਣ ਤੇ ਲੱਗਦਾ ਹੈ। ਕੋਈ ਸਤਿਨਾਮ। ਕਈ ਲੋਕ ਹਿੰਦੂ ਮਤ ਵਿੱਚ ਪੌਣੇ ਸਾਲ ਬਾਅਦ ਉਹਨਾਂ ਦੁਆਰੇ ਫਿਰ ਕਿਰਿਆ ਕਰਮ ਕਰਾਉਂਦੇ ਆ, ਪਾਠ ਕਰਾਉਂਦੇ ਆ ਵੀ ਹਜੇ ਰਾਹ ਚ ਨਾ ਫਿਰਦਾ ਹੋਵੇ ਇੱਕ ਵਾਰੀ ਫੇਰ ਕਰਵਾ ਦਿਓ। ਕੋਈ ਸਤਿਨਾਮ। ਸਾਡੇ ਵਿੱਚ ਵੀ ਉਹ ਰੀਤੀ ਰਿਵਾਜ ਚੱਲ ਪਿਆ। ਤਾਂ ਹੁਣ ਕੀ ਹੋਇਆ ਗੁਰੂ ਪਿਆਰਿਓ, ਜਦੋਂ ਉਸਨੇ ਗੱਲ ਸੁਣਾਈ ਨਾ ਕਾਂਡ ਪੁਰਾਣ ਦੀ ਕਥਾ ਕਰਦੇ ਆ ਵੀ ਜਦੋਂ ਮੱਖਣ ਮਰ ਜਾਂਦਾ ਹੈ ਤੇ ਇਹ ਜੀਵ ਆਤਮਾ ਨੂੰ 1 ਸਾਲ ਰੱਬ ਕੋਲੇ ਪਹੁੰਚਣ ਤੇ ਲੱਗਦਾ। 4 ਸਿੰਘ ਬੈਠੇ ਹਨ। ਚਾਰੇ ਸਿੰਘ ਉਹਦੀ ਇਹ ਗੱਲ ਸੁਣ ਕੇ ਗੱਲਾਂ ਕਰਨ ਲੱਗ ਪਏ। ਕਹਿੰਦੇ ਭਾਈ ਸਾਹਿਬ ਯਾਰ ਮੈਨੂੰ ਲੱਗਦਾ ਇਹ ਸਾਲ ਬਹੁਤ ਜ਼ਿਆਦਾ ਕਹੀ ਜਾਂਦਾ, ਗੱਪ ਮਾਰੀ ਜਾਂਦਾ। ਮੈਂ ਤਾਂ 1 ਦਿਨ ਦੇ ਵਿੱਚ ਉੱਥੇ ਜਾ ਕੇ ਵਾਪਸ ਆ ਸਕਦਾ। ਉਹ ਕਹਿੰਦੇ ਛੱਡ ਜਾ ਤੂੰ ਵੀ ਗੱਪ ਮਾਰਦਾ, ਮੈਨੂੰ ਲੱਗਦੀ ਇਹ ਤਾਂ ਸਾਰਾ ਕੰਮ ਹੀ 4 ਪਹਿਰਾਂ ਦਾ ਹੈ। ਇੱਕ ਹੋਰ ਸਿੰਘ ਬੋਲਿਆ ਨਹੀਂ ਇਹ ਤਾਂ ਅੱਖ ਦੇ ਝਪਕਣ ਜਿੰਨੇ ਸਮੇਂ ਵਿੱਚ ਆ ਕੇ ਜਾ ਸਕਦਾ ਹੈ। ਹੁਣ ਜਦੋਂ 3-4 ਸਿੰਘਾਂ ਨੇ ਉਸ ਦੀ ਗੱਲ ਨੂੰ ਕੱਟ ਕੇ ਇਹ ਗੱਲ ਕਹੀ ਨਾ ਸਿੱਖਾਂ ਨੇ, ਸਿੰਘ ਤਾਂ 10ਵੇਂ ਪਾਤਸ਼ਾਹ ਤੋਂ ਆਰੰਭ ਹੋਇਆ ਸ਼ਾਮ ਚ, ਸਿੱਖਾਂ ਨੇ ਜਦੋਂ ਇਹ ਗੱਲਾਂ ਕਹੀਆਂ ਚਾਰਾਂ ਨੇ ਤੇ ਪੰਡਤ ਨੂੰ ਗੁੱਸਾ ਜਾ ਆ ਗਿਆ। ਕਹਿੰਦਾ ਮਹਾਰਾਜ ਇਹ ਸਾਡੇ ਵੇਦਾਂ ਦੀ ਕਥਾ ਦੀ ਬੇਅਦਬੀ ਕਰਦੇ ਕਿਉਂ? ਇਹ ਕਹਿੰਦੇ ਜੀ ਅਸੀਂ ਅੱਖ ਦੇ ਝਪਕਣ ਜਿੰਨੇ ਸਮੇਂ ਵਿੱਚ ਉੱਥੇ ਜਾ ਕੇ ਆ ਸਕਦੇ ਆ। ਕੋਈ ਕਹਿੰਦਾ 4 ਪਹਿਰਾਂ, ਕੋਈ ਕਹਿੰਦਾ 1 ਦਿਨ। ਤੇ ਫਿਰ ਸਾਡੇ ਵੇਦਾਂ 'ਚ ਗਲਤ ਲਿਖਿਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਤੁਹਾਡੇ ਵੇਦ ਲਿਖੇ ਹੈ ਉਹਨਾਂ ਨੇ ਇੰਨਾ ਹੀ ਸਮਾਂ ਲਾਇਆ ਹੋਣਾ, ਪਰ ਸਾਡੇ ਸਿੱਖ ਤਾਂ ਅੱਖ ਝਪਕਣ ਜਿੰਨੇ ਸਮੇਂ 'ਚ ਜਾ ਕੇ ਆ ਸਕਦੇ ਆ। ਕਹਿੰਦਾ ਜੀ ਇਹ ਕਿਵੇਂ ਹੋ ਸਕਦਾ? ਕਹਿੰਦੇ ਕੋਈ ਨਹੀਂ ਕਦੇ ਤਜਰਬਾ ਕਰਵਾ ਦਿਆਂਗੇ। ਤਾਂ ਗੁਰੂ ਪਿਆਰਿਓ ਕੁਝ ਦਿਨਾਂ ਬਾਅਦ ਪੰਡਤ ਕਹਿਣ ਲੱਗਿਆ ਜੀ ਮੇਰੀ ਪੋਥੀ ਜਿਹੜੀ ਹੈ ਇਹ ਸਮਾਪਤ ਹੋ ਗਈ ਤੇ ਮੈਂ ਹੁਣ ਦੂਜੀ ਪੋਥੀ ਲੈ ਕੇ ਆਉਣੀ ਆ। ਇਹ ਹਰਿਦੁਆਰੋਂ ਦਾ
बादशाह कहते मंगवा ला भाई। कहते जी फिर खर्चा पानी दे दो। कहते ठीक है मुंडे नूं भेज देना मैं खर्चा दे के ते हरिद्वारों पोथी लियावेगा। कह लगे भी ठीक है खर्चा ले ला जिन्ना चाहिए। कहते खर्चा भी उन्हें पंडित नूं फड़ाता। उन्हें मुंडे नूं सदिया। उन्हें मुहूर्त वेखिया भी किहड़े मिनट सकेंड तुरन वेले सही हन जिवें वेखदे अपनी यंत्री पत्री आदि। उन्हें आपदे सिस्टम नाल देखिया मुहूर्त और मुहूर्त वेखण तो बाद वो लड़के की जेब च पाया खर्चा। कहने पुत्र हरिद्वार जा ते ए पोथी का अगला भाग लैके आ उठो कथा करने वास्ते। वो बच्चा तुर पिया जा तुरिया ते थोड़ी दूरी तो जाके वापस मुड़ आया। बादशाह कहने मुड़ के आया बई तू जाता नहीं गा गया नहीं गा। वो आपदे बापू नूं दसदा कहने बापू जी तुसी मैनू गणेश बना के ते होर मंत्र आदि पढ़ के ते समा विचार के मुहूर्त कढ़ के भी आही मिनट सही हन इन्हां मिनटां विच ही तुरिया जावे तुरिया पर अगों गधा हिड़क पिया। फिर तुसी उत्थे दसो बई गधा ही वड्डा हो गया उन्हां दे मंत्रां नूं कट गया जिहड़ा हो सकदा। सारे कहण लगे भी तेरा फिर मंत्र विच की शक्ति हुई जे गधे दे उस अगों हुआंकण ते ओहदे बोलण ते डर गया तो पुट्ठा मुड़िया। बादशाह कहते हुण असीं भेजदे हां सिख नूं। कहंदे उरे आ बई सिख जिहड़े उधर गल्लां करदे सीगे उन्हां च इक नूं सद्दिया। उहनूं कहण लगे जा फलाने था जा उत्थे अपनी पोथी पई है वो लैके आ जाके। कहंदे उस वेले उस सिख नूं पोथी लैण भेजिया उन्हें खर्चा नहीं मंगिया और गुरु प्यारिओ पातशाह ने फिर भी उन्होंने 5 पैसे देते। कहंदे 5 पैसे जेब च पा ला रस्ते दे खर्चे वास्ते। उन्होंने वध दिते होणगे पंडितां दे लड़के नूं। तो गुरु प्यारिओ जेड़ा कि बड़ी दूर सी स्थान हरिद्वार तो भी दूर सीगा ते सिख जेड़ा है शामा तक वापस आ गया और पोथी लैके। कोई खर्चा नहीं उन्हें खर्चा रस्ते दे विच। इस करके जे सुरत शब्द नाल जुड़ जावे ना ते बैठे बैठे ही सुरत दे नाल सिख अखां झपकण जिन्ने दे समय विच परमेश्वर कोले जाके वापस आ सकदा है। और बहुत सारे ऐसे सिख होए है गुरमत विच। जे राम राय की गल करिए तो वह भी बहुत जल्दी बड़ी दूर तक जाके घरे शरीर छड्ड के अपने सिखां दे काम करके आ जांदा सी। को सतनाम आखिरी समय उहदे कारण भी मौत दा यही बनिया क्यों किसी सिख दा काम करन गया सीगा ते मुड़ के 2-3 दिन उधरों मुड़ी ना रूह शरीर अंदर पिया सी ते ओहदे मसंदा ने धक्के नाल चक के शरीर नूं साड़ दिता संस्कार करता ते उन्हां मसंदा नूं फिर 10वें पातशाह ने माता पंजाब कौर जो अर्धंगणी सी राम राय जी दी ओहदे बेनती करते पातशाह जी ने फिर उन्हां मसंदा नूं सजावां दित्तियां सी। फिर मनो मिलतियां उत्थे रखीए। कहंदे जे इस सुरत नाल शब्द जुड़िया रहे तां जेड़ा है पंख नामले सज गया सी। नाम रूपी खंभ नूं लैके जग्यासु रूपी तीर जाए मिलावट प्रभु के पासी मालक नाल मिल जाता है जी। जहनामी को देश सुहावन ताहा करे बिन बिलम बचावन। उस नामी दे देश बिना बिलम बिना देर लाया कोई साल कोई पौना साल नहीं लगता गा। ये रूह तां इधरों शरीर छड्डदी जाती है फुरने मुताबक अगले थां प्रगट हो जाती है क्योंकि 84 लाख जून है और जून दे विच 84 लाख मादा भी है जिथों बच्चे पैदा होते हैं ते मादा जिहड़ियां हन ओह पशुआं विच भी है पंछियां विच भी है मनुख विच भी है। और इधरों जीव आत्मा ने शरीर छड्डिया ते अगला कोई फुरना चके अंतकाल जे लक्ष्मी सिमरे हाय मेरी माया कौन संभालूगा। पातशाह कहते जे माया संभालनी है सप बन के तुरिया फिर तेरी माया को छेड़ूगा नहीं। इधरों शरीर छड्डिया उधर सप बनिया को सतनाम इन्ना ही चल लगता। अंतकाल जे लक्ष्मी सिमरे ऐसी चिंता में जे मरे सर्प जोन बल बल उतरे। अरी भाई गोबिंद ना मत विसरे। पातशाह कहते अखीर तक आखिरी सवासा तक जे सुरत शब्द रूपी खंभ नाल जुड़ी रहे तां नाम जपण वाले नूं बड़ी जल्दी बिना देर लाया उत्थे पहुंचा दिंदी है। तो इन्हां उदाहरणां विच 4 उदाहरणां अंतकाल जे इस्त्री सिमरे ऐसी चिंता में जे मरे 20वां जोन होए बल बल औतरे
ਅੰਤ ਕਾਲ ਜੇ ਮੰਦਰ ਸਿਮਰੇ ਹਾਏ ਮੈਂ ਮਰ ਗਿਆ, ਮੇਰੇ ਘਰ ਦਾ ਕੀ ਬਣੂ, ਮੈਂ ਤਾਂ ਮਸਾਂ ਕੋਠੀ ਪਾਈ ਸੀ, ਹੁਣ ਕਿੱਥੇ ਰਹੂੰਗਾ। ਪਰਮੇਸ਼ਰ ਕਹਿੰਦੇ ਇਹਦੇ ਵਿੱਚ ਹੀ ਰਹਿ ਪਾ, ਭੂਤ ਪ੍ਰੇਤ ਬਣ ਕੇ ਤੁਰਿਆ ਫਿਰ, ਮਨੁੱਖਾ ਜੀਵਨ ਤਾਂ ਨਾਮ ਜਪਣ ਲਈ ਮਿਲਿਆ। ਉਹ ਸਤਿਨਾਮ ਉਹ ਤੂੰ ਜਪਿਆ ਨੀਗਾ, ਹੁਣ ਤੁਰਿਆ ਫਿਰ। ਬੇਅੰਤ ਹੀ ਗੁਰੂ ਪਿਆਰੇ ਰੂਹਾਂ ਇਸ ਤਰ੍ਹਾਂ ਵੀ ਭਟਕ ਰਹੀਆਂ। ਅੰਤ ਕਾਲ ਪਾਤਸ਼ਾਹ ਜੀ ਕਹਿੰਦੇ ਲੜਕੇ ਸਿਮਰੇ, ਜੇ ਮਰਦਾ ਕਹਿੰਦਾ ਹਾਏ ਮੇਰੇ ਬੱਚਿਆਂ ਦਾ ਕੀ ਬਣੂ, ਮੈਂ ਤਾਂ ਮਰ ਗਿਆ। ਅੱਛਾ ਬੱਚੇ ਪਾਲਨੇ ਹੈ ਤਾਂ ਪਰਮੇਸ਼ਰ ਜਿਹੜਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਧੇਨਾ। ਉਹ ਕਹਿੰਦਾ ਜੇ ਬੱਚੇ ਪਾਲਨੇ ਆ ਤਾਂ ਫਿਰ ਤੈਨੂੰ ਸੂਰ ਬਣਾ ਦਿੰਦੇ ਆ। ਉਹਦੇ 18 ਵੀ ਬੱਚੇ ਹੁੰਦੇ ਆ ਪਾਲਦਾ ਫਿਰ ਕੋ ਸਤਨਾਮ ਤੋ ਸੂਰੀ ਬਣ ਗਿਆ। ਉਹ ਜੀਵਾਤਮਾ ਸੂਰੀ ਦੇ ਪੇਟ ਵਿੱਚ ਚਲਿਆ ਗਿਆ, ਕਿਉਂਕਿ ਕਿਤੇ ਨਾ ਕਿਤੇ ਦਾ ਬੱਚੇ ਪੈਦਾ ਹੋਣ ਦਾ ਇੰਤਜ਼ਾਮ ਤਿਆਰ ਹੀ ਹੁੰਦਾ। ਭਾਵ ਭਾਂਡੇ ਸਰੀਰ ਤਿਆਰ ਹੁੰਦੇ ਨੇ, ਪਸ਼ੂਆਂ ਵਿੱਚ ਵੀ, ਪੰਛੀਆਂ ਵਿੱਚ ਵੀ, ਮਨੁੱਖਾਂ ਵਿੱਚ ਵੀ। ਤੇ ਜਿਹੋ ਜਿਹਾ ਮਨੁੱਖ ਫੁਰਨਾ ਚੱਕਦਾ ਹੈ ਉਹੋ ਜਿਹੇ ਥਾਂ ਤੇ ਉਹ ਤੁਰੰਤ ਹੀ ਪਹੁੰਚ ਜਾਂਦਾ ਹੈ। ਇਸ ਕਰਕੇ ਜੇ ਨਾਮ ਜਪਦਾ ਅੰਤ ਕਾਲ ਨਾ ਰਹਿਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਬਾਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕਾ ਦੇ ਵਸੇ। ਉਹ ਰੂਹ ਤੁਰੰਤ ਹੀ ਵਾਹਿਗੁਰੂ ਕਹਿੰਦੀ ਹੀ ਸਰੀਰ ਛੱਡਦੀ ਹੈ ਤੇ ਵਾਹਿਗੁਰੂ ਵਿੱਚ ਮਿਲ ਜਾਂਦੀ ਹੈ ਬਿਨਾਂ ਦੇਰ ਲਾਇਆ। ਜਾਤੀ ਰਟੋ ਸਦਾ ਕੁਰਬਾਨੀ, ਜਗਤ ਉਦਾਹਰਣ ਪਰਖ ਨਿਸ਼ਾਨੀ। ਤਾਂ ਤੇ ਸਿੱਖੋ ਹਮੇਸ਼ਾ ਵਾਹਿਗੁਰੂ 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 ਜਪਦੇ ਰਿਹਾ ਕਰੋ। ਅੱਛਾ ਚੌਥੇ ਕਹਿੰਦੀ ਹੈ ਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਜਿਹੜਾ ਗੁਰੂ ਦਾ ਸਿੱਖ ਹੁੰਦਾ ਤੜਕੇ ਉੱਠ ਕੇ ਨਾਮ ਜਪੇ, ਔਰ ਨਾਮ ਜਪਣ ਤੋਂ ਬਾਅਦ ਫਿਰ ਉੱਠੇ, ਇਸ਼ਨਾਨ ਕਰੇ, ਫਿਰ ਇਸ਼ਨਾਨ ਕਰਨ ਤੋਂ ਬਾਅਦ ਨਿਤਨੇਮ ਕਰੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਨਿਤਨੇਮ ਕਰ ਲਈ, ਫਿਰ ਨਿਤਨੇਮ ਸੰਪੂਰਨ ਹੋ ਗਿਆ। ਹੁਣ ਕਿਰਤ ਵੀ ਕਰਨੀ ਹੈ ਤੇ ਕਿਰਤ ਵਿੱਚ ਕਰਦਾ ਹੋਇਆ ਬਹਿੰਦੀਆਂ ਉੱਠਦੀਆਂ ਹਰ ਨਾਮ ਤੇ ਆਵੇ, ਕਿਉਂਕਿ ਮੌਤ ਦਾ ਕੋਈ ਪਤਾ ਨਹੀਂ ਕਿਹੜੇ ਮਿੰਟ ਚ ਆਉਣੀ ਆ। ਇਸ ਕਰਕੇ ਸਾਨੂੰ ਹਰੇਕ ਮਿੰਟ ਵਿੱਚ ਪਰਮੇਸ਼ਰ ਨੂੰ ਯਾਦ ਰੱਖਣਾ ਪੈਣਾ। ਉਹ ਸਤਿਨਾਮ ਕਿਉਂਕਿ ਜੇ ਅਸੀਂ ਪਰਮੇਸ਼ਰ ਨੂੰ ਯਾਦ ਰੱਖਦੇ ਹੋਵਾਂਗੇ ਤੇ ਜਿਹੜੇ ਵੀ ਮਿੰਟ ਵਿੱਚ ਮੌਤ ਆਉਂਦੀ ਹੈ ਅਸੀਂ ਵਾਹਿਗੁਰੂ ਕਹਿੰਦੇ ਹੋਵਾਂਗੇ। ਤੇ ਉਹ ਹੈ ਨਾ ਅਜਾਮਲ ਰਾਜਾ ਜਿਸ ਨੇ ਗੁਰੂ ਪਿਆਰਿਓ ਸੀਤਾ ਬ੍ਰਾਹਮਣ ਪੁੱਤਰ ਸੀ, ਰਾਜੇ ਦਾ ਰਾਜ ਪੰਡਤ ਸੀ, ਪਰ ਮਾੜੀ ਸੰਗਤ ਵਿੱਚ ਪੈਣ ਕਰਕੇ ਉਸ ਅਜਾਮਲ ਨੇ ਬਹੁਤ ਮਾੜਾ ਜੀਵਨ ਬਤੀਤ ਕੀਤਾ। ਅਖੀਰ ਤੇ ਇੱਕ ਦਿਨ ਕੋਈ ਰਿਸ਼ੀ ਮਿਲਿਆ, ਕਹਿੰਦਾ ਮੈਂ ਚੰਗਾ ਭਲਾ ਪੰਡਤਾਂ ਦਾ ਮੁੰਡਾ ਹੁੰਦਾ ਹੋਇਆ, ਰਾਜ ਭਾਗ ਦਾ ਰਾਜ ਪੰਡਤ ਹੁੰਦਾ ਹੋਇਆ ਗਲਤ ਸੰਗਤ ਵਿੱਚ ਪੈ ਗਿਆ। ਜਿਸ ਗੱਲ ਤੋਂ ਮੇਰੇ ਰਿਸ਼ੀ ਨੇ ਰੋਕਿਆ ਸੀ ਮੈਨੂੰ ਵੀ ਪੁੱਤਰਾ ਬਾਜ਼ਾਰ ਦੇ ਵਿੱਚ ਦੀ ਨਹੀਂ ਜਾਣਾ, ਬਾਹਰ ਦੀ ਜਾਇਆ ਕਰ। ਮੈਂ ਉਸ ਬਾਜ਼ਾਰ ਚੋਂ ਲੰਘ ਬੈਠਾ, ਉਸ ਬਾਜ਼ਾਰ ਵਿੱਚ ਬੇਸਵਾ ਦੇ ਕੋਠੇ ਸਨ। ਮੈਂ ਇੱਕ ਬੇਸਵਾ ਦੇ ਢਹੇ ਚੜ ਗਿਆ, ਮੁੜ ਕੇ ਉਸ ਬੇਸਵਾ ਨਾਲ ਮੋਹ ਪੈ ਗਿਆ ਤੇ ਮੇਰੇ 5-7 ਬੱਚੇ ਹੋ ਗਏ, ਹੁਣ ਵੀ ਇੱਕ ਬੱਚਾ ਹੋਣ ਵਾਲਾ। ਕੋ ਸਤਿਨਾਮ ਤੇ ਮਹਾਰਾਜ ਮੇਰੀ ਜ਼ਿੰਦਗੀ ਬੜੀ ਖਰਾਬ ਹੋ ਗਈ ਤੇ ਹੁਣ ਕਿਰਪਾ ਕਰਕੇ ਮੇਰਾ ਦੱਸੋ ਕਿਵੇਂ ਭਲਾ ਹੋਵੇਗਾ। ਰਿਸ਼ੀ ਕਹਿੰਦਾ ਤੇਰਾ ਭਲਾ ਨਹੀਂ ਹੋ ਸਕਦਾ, ਤੂੰ ਚੰਗਾ ਰਸਤਾ ਛੱਡ ਕੇ ਮਾੜਾ ਰਸਤਾ ਫੜਿਆ। ਪੈਰੀ ਪੈਂਦਾ ਮਿੰਨਤਾਂ ਕਰਦਾ ਅਜਾਮਲ। ਅਖੀਰ ਉਹ ਰਿਸ਼ੀ ਕਹਿਣ ਲੱਗਿਆ ਵੀ ਇੱਕ ਜੁਗਤ ਹੈ, ਜਿਹੜਾ ਹੁਣ ਤੇਰੇ ਬੱਚਾ ਹੋਵੇਗਾ ਨਾ, ਇਸ ਬੱਚੇ ਦਾ ਨਾਮ ਨਰੈਣ ਰੱਖ ਲਈ। ਕੋ ਸਤਿਨਾਮ ਤਾਂ ਉਹ ਜੁਗਤੀ ਸਾਨੂੰ ਦੱਸ ਗਿਆ, ਉਸਨੂੰ ਛੋਟੇ ਬੱਚੇ ਦਾ ਨਾਮ ਨਰੈਣ ਰੱਖ ਲਿਆ। ਵੱਡੇ ਤਾਂ ਉਡਾਰ ਹੋ ਗਏ ਤਾਂ ਮਾਂ ਪਿਓ ਦਾ ਛੋਟੇ ਬੱਚੇ ਦੀ ਸੰਭਾਲ ਦਾ ਫਿਕਰ ਵੀ ਹੁੰਦਾ, ਪਿਆਰ ਵੀ ਹੁੰਦਾ, ਤਾਂ ਉਸ ਨੂੰ ਹਮੇਸ਼ਾ ਨਰੈਣ ਕਹਿ ਕੇ ਬੁਲਾਉਂਦਾ। ਤੇ ਅਖੀਰਲਾ ਸਮਾਂ ਜਦ ਆਇਆ, ਜਮਦੂਤਾਂ ਨੇ ਦਿਖਾਈ ਦਿੱਤੀ ਤੇ ਇਹ ਫੇਰ ਆਵਾਜ਼ ਮਾਰਦਾ ਪੁੱਤਰ ਨੂੰ ਨਰੈਣ ਬਚਾਓ, ਨਰੈਣ ਬਚਾਓ। ਜਮਦੂਤਾਂ ਨੇ ਸੋਚਿਆ ਵੀ ਸਾਨੂੰ ਗਲਤ ਭੇਜਤਾ ਧਰਮਰਾਜ ਨੇ ਯਾਰ, ਇਹ ਤਾਂ ਨਰੈਣ ਨੂੰ ਯਾਦ ਕਰ ਰਿਹਾ, ਪਰਮੇਸ਼ਰ ਨੂੰ ਯਾਦ ਕਰ ਰਿਹਾ। ਕਹਿੰਦੇ ਉਹ ਸ਼ੈ ਹੋ ਕੇ ਚਲੇ ਗਏ ਕਿ ਤੁਰੰਤ ਦੇਵ ਲੋਕ ਦੇ ਗਣ ਉਸ ਨੂੰ ਲੈਣ ਵਾਸਤੇ ਆ ਗਏ। ਕੋ ਸਤਿਨਾਮ ਗੁਰਬਾਣੀ ਦੀ ਉਦਾਹਰਨ ਹੈ। ਜੇ ਮਰਨ ਵੇਲੇ ਕੋਈ ਪਰਮੇਸ਼ਰ ਨੂੰ ਯਾਦ ਕਰਦਾ ਹੈ ਤੇ ਉਹ ਮੁਕਤ ਹੋ ਜਾਂਦਾ ਹੈ। 10ਵੇਂ ਪਾਤਸ਼ਾਹ ਦਾ ਵੀ ਬਚਨ ਹੈ, ਇੱਕ ਚੀਜ਼ ਜੇ ਇੱਕ ਦਿਨ ਧਿਆਇਓ, ਕਾਲ ਫਾਸ ਕੇ बीच न आयो। खैर मेरे प्रीतम जी कहते ताते सिखो हमेशा गुरबाणी रटते रहो, बोलते रहो, जपते रहो। कोई शब्द याद आ जाता वो गाते रहो। आटा गुनदियां, कपड़े धोंदियां बीबियां, असी साइकिल चलाउंदे, गड्डी चलाउंदे, मूँह दे नाल तां वाहिगुरू कह ही सकदे हैं, तां विहला ही है ना कोई सतनाम। इस करके हमेशा नाम जपते रहो। जग दे उदाहरण परख निशानी, ये साडी परखी हुई गल है।
ਜਿਹੜੀ ਮੈਂ ਤੁਹਾਨੂੰ ਦਸੀ ਹੈ। ਯਾਦੇ ਰਟੋ ਸਦਾ ਗੁਰਬਾਣੀ ਜਗਤ ਉਦਾਹਰਨ ਪਰਖ ਨਿਸ਼ਾਨੀ। ਇਹ ਸਾਡੀ ਪੱਕੀ ਗੱਲ ਹੈ, ਲੋਹੇ ਦੀ ਲਕੀਰ ਹੈ। ਜਿਹੜਾ ਜਪਦਾ ਹੋਇਆ ਸਰੀਰ ਛੱਡੇਗਾ ਉਹ ਮੁਕਤ ਹੋਵੇਗਾ। ਉਠਤ ਬੈਠਤ ਤਿਤ ਕੀ ਚਾਲੇ ਬਟੋ ਸ਼ਬਦ ਨਿਤ ਰਹੋ ਸੁਖਾਲੇ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਉੱਠਦਿਆਂ ਬਹਿੰਦਿਆਂ ਹਮੇਸ਼ਾ ਥਿਤ ਬੈਠਿਆਂ ਚਾਲੇ ਤੁਰਦਿਆਂ ਪਠੋ ਸ਼ਬਦ ਨਿਤ ਰਹੋ ਸੁਖਾਲੇ। ਸੁਖੀ ਵਸੋਗੇ ਵਾਹਿਗੁਰੂ ਮੰਤਰ ਜਪਦੇ ਰਿਹਾ ਕਰੋ ਜੀ। ਬਾਹਰ ਨਾ ਹੋਏ ਜਗਤ ਮੇ ਫੇਰਾ ਕਰੇ ਉਭਾਰਨ ਗੁਰੂ ਵਡੇਰਾ। ਵੱਡਾ ਗੁਰੂ ਪਰਮੇਸ਼ਰ ਤੇ ਵੱਡਾ ਗੁਰੂ ਬਾਬਾ ਨਾਨਕ ਨੂੰ ਵੀ ਕਹਿੰਦੇ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਤਲ ਰਾਖੀ ਮੇਰੀ। ਇਸ ਕਰਕੇ ਸਾਡਾ ਸਤਿਗੁਰੂ ਜਿਹੜਾ ਹੈ ਗੁਰੂ ਨਾਨਕ ਪਰਮੇਸ਼ਰ ਰੂਪ ਸਾਡਾ ਉਧਾਰ ਕਰ ਦੇਵੇਗਾ। ਤਿਨਹਿ ਸਤਿਨਾਮ ਸਿਮਰਿਜੈ ਇਕ ਵਿਸ਼ਵਾਸ ਨਾ ਬਿਰਥਾ ਦੀਜੈ। ਬਹੁਤ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ ਹੈ। ਆਪਾਂ ਤਾਂ ਬਹੁਤ ਘੱਟ ਸਵਾਸਾਂ ਨਾਲ ਜਪਦੇ ਆ, ਪਰ ਗੁਰੂ ਤਾਂ ਕਹਿੰਦਾ ਹਰ ਸਵਾਸ ਦੇ ਉੱਤੇ ਵਾਹਿਗੁਰੂ ਮੰਤਰ ਦੀ ਮੋਹਰ ਲਾ ਕੇ ਛੱਡਣਾ ਚਾਹੀਏ। ਕੋ ਸਤਿਨਾਮ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਵਾਹਿਗੁਰੂ। ਜੇ ਅਸੀਂ ਇਸ ਨੂੰ ਏਦਾਂ ਜਪਣਾ ਕਰ ਦਈਏ ਹੌਲੀ ਹੌਲੀ ਆਦਤ ਬਣ ਜਾਊਗੀ। ਫਿਰ ਤੁਹਾਨੂੰ ਐ ਲੱਗੂਗਾ ਵੀ ਆ ਮੈਂ ਜਪ ਨਹੀਂ ਰਿਹਾ ਪਰ ਜਪਿਆ ਜਾ ਰਿਹਾ ਹੈ। ਆ ਸਾਈਕਲ ਚਲਾਉਂਦੇ ਆ ਨਾ, ਜਦੋਂ ਸਿੱਖੇ ਸੀ ਉਦੋਂ ਕਿੰਨੇ ਵਾਰੀ ਡਿੱਗੇ ਹੋਵਾਂਗੇ। ਕੋਈ ਸਤਿਨਾਮ। ਪਰ ਜਦੋਂ ਸਿੱਖ ਗਏ ਹੁਣ ਖਿਆਲ ਹੀ ਨਹੀਂ ਕਰਦੇ ਕਿ ਸਾਈਕਲ ਤੇ ਚੜ੍ਹਨ ਲੱਗੇ ਤੇ ਡਿੱਗਣਾ ਪਈਏ। ਪੈਰ ਧਰਦੇ ਆ ਉੱਤੇ ਬਹਿ ਜਾਂਦੇ ਆ, ਆਸੇ ਪਾਸੇ ਝਾਕੀ ਜਾਂਦੇ ਆ, ਸਾਈਕਲ ਤੁਰਿਆ ਜਾਂਦਾ, ਹੁਣ ਡਿੱਗਦਾ ਹੀ ਨਹੀਂਗਾ। ਕਿਉਂਕਿ ਹੁਣ ਸਾਡੇ ਖੂਨ ਦੇ ਵਿੱਚ ਗੱਲ ਰਮ ਗਈ ਹੈ। ਹੁਣ ਆਟੋਮੈਟਿਕ ਜਿਹੜਾ ਹੈ ਸੰਤੁਲਨ ਹੋ ਜਾਂਦਾ ਹੈ ਸਾਈਕਲ ਦਾ, ਉਹ ਸਹੀ ਚੱਲਦਾ ਰਹਿੰਦਾ। ਇਸੇ ਤਰ੍ਹਾਂ ਥੋੜਾ ਸਮਾਂ ਅਭਿਆਸ ਕਰਨਾ ਪਊਗਾ। ਕਬੀਰ ਸਾਹਿਬ ਜੀ ਕਹਿੰਦੇ ਹੁਣ ਕੀ ਹੋਇਆ, ਅਭਿਆਸ ਕਰਦੇ ਕਰਦੇ ਅਵਸਥਾ ਕਿੱਥੇ ਪਹੁੰਚ ਗਈ ਹੈ। ਹੁਣ ਕਹਿੰਦੇ ਮਾਲਾ ਫੇਰੂ ਨਾ ਹਰ ਭਜੂ ਮੁਖ ਤੇ ਕਹੂ ਨਾ ਰਾਮ ਮੇਰਾ ਰਾਮ ਮੁਝ ਕੋ ਭਜੇ ਤਾਂ ਪਾਉ ਵਿਸ਼ਰਾਮ। ਹੁਣ ਤਾਂ ਮੇਰੀ ਆਤਮਾ ਆਪ ਹੀ ਜਪਦੀ ਆ ਵਾਹਿਗੁਰੂ 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 ਜਪਦੀ ਰਹਿੰਦੀ ਆ। ਤਾਂ ਤੇ ਸਿੱਖੋ ਸਤਨਾਮ ਨੂੰ ਓਦਾਂ ਸਿਮਰਿਆ ਕਰੋ। ਤੁਸੀਂ ਪ੍ਰਸ਼ਾਦਾ ਛਕਦੇ ਬੁਰਕੀ ਨੂੰ ਚੱਬਦੇ ਹੋਏ ਵੀ ਵਾਹਿਗੁਰੂ ਕਹਿ ਸਕਦੇ ਹੋ। ਤਜਰਬਾ ਕਰਕੇ ਦੇਖ ਲਿਓ, ਮੈਂ ਬੋਲਣਾ ਨਹੀਂ ਹੈ। ਤੁਸੀਂ ਚੱਬਦੇ ਹੋਏ ਬੁਰਕੀ ਦੇ ਨਾਲ ਨਾਲ ਵੀ ਵਾਹਿਗੁਰੂ ਕਹਿ ਸਕਦੇ ਹੋ, ਕਿਹਾ ਜਾ ਸਕਦਾ ਹੈ। ਤੇ ਸਤਿਗੁਰੂ ਤਾਈਂ ਤਾਂ ਕਹਿੰਦੇ ਨਾ ਸਵਾਸ ਸਵਾਸ ਦੇ ਨਾਲ ਆਪਾਂ ਗੁਰਮੰਤਰ ਦਾ ਜਾਪ ਕਰੀਏ, ਕੋਈ ਸਵਾਸ ਬਿਰਥਾ ਨਾ ਜਾਵੇ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਮਨ ਜਿਵਾ ਕੇ ਸੰਗ ਮਿਲਾਏ ਰਾਖੇ ਨਿਸ ਦਿਨ ਮੈਂ ਸੁਖਦਾਏ। ਹੁਣ ਤੁਸੀਂ ਆਪਣੇ ਮਨ ਨੂੰ ਜਿਹੜਾ ਕਦੇ ਕੰਨਾਂ ਵਿੱਚ ਦੀ ਨਿਕਲ ਜਾਂਦਾ ਨਿੰਦਿਆ ਚੁਗਲੀ ਸੁਣਨ ਵਾਸਤੇ, ਕਦੇ ਅੱਖਾਂ ਵਿੱਚ ਦੀ ਚਲਿਆ ਜਾਂਦਾ ਇੱਧਰ ਉੱਧਰ ਵੇਖਦਾ ਹੋਇਆ, ਹੁਣ ਇਸ ਮਨ ਨੂੰ ਜੀਵ ਚ ਵੀ ਲਿਆ ਕੇ ਦੇਖੋ ਤੇ ਜੀਵ ਦੇ ਵਿੱਚ ਆ ਕਰਕੇ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰੋ। ਤਾਂ ਫਿਰ ਕੀ ਹੋਵੇਗਾ, ਜਿੱਥੇ ਅਸੀਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣ ਕੇ ਜਾਂ ਮੂੰਹ ਨਾਲ ਨਿੰਦਿਆ ਚੁਗਲੀ ਕਰਕੇ ਆਪਣਾ ਜੀਵਨ ਖਰਾਬ ਕਰਦੇ ਆ, ਉੱਥੇ ਗੁਰੂ ਪਿਆਰਿਓ ਅਸੀਂ ਨਾਮ ਜਪ ਕੇ ਪਾਪਾਂ ਦਾ ਭਾਰ ਲਾ ਵੀ ਸਕਦੇ ਆ। ਗੁਰੂ ਪਿਆਰਿਓ ਬੜੀ ਸੁੰਦਰ ਜੀ ਗੱਲ ਹੈ, ਛੋਟੀ ਜੀ ਕਹਾਣੀ ਆ। ਕਹਿੰਦੇ ਇੱਕ ਰਾਜਾ ਜਿਸ ਨੇ ਇਹ ਸੁਭਾਅ ਬਣਾਇਆ ਕਿ ਰੋਜ਼ਾਨਾ ਮੈਂ ਸੰਗਤਾਂ ਨੂੰ ਜਨਤਾ ਨੂੰ ਖੀਰ ਖਵਾਇਆ ਕਰ। ਉਹਨੇ ਖੀਰ ਖਵਾਉਣੀ ਸ਼ੁਰੂ ਕੀਤੀ। ਇੱਕ ਦਿਨ ਕੁਦਰਤੀ ਕੀ ਹੋਇਆ, ਕੋਈ ਖੀਰ ਨੂੰ ਛੱਡ ਕੇ ਪਾਸੇ ਚਲਿਆ ਗਿਆ ਬਣਦੀ ਨੂੰ। ਉਹਦੇ ਵਿੱਚ ਕਿਤੇ ਸੱਪ ਡਿੱਗ ਪਿਆ ਜਾਂ ਸੱਪ ਦਾ ਜ਼ਹਿਰ ਉਹਦੇ ਵਿੱਚ ਪੈ ਗਿਆ ਕਿਸੇ ਤਰ੍ਹਾਂ ਵੀ, ਉਹ ਜ਼ਹਿਰੀਲੀ ਹੋ ਗਈ ਤੇ ਜਿੰਨੇ ਲੋਕਾਂ ਨੇ ਖਾਧੀ ਉਹ ਜਨਤਾ ਖਾਣ ਵਾਲੀ ਮਰ ਗਈ। ਹੁਣ ਮਰਨ ਤੋਂ ਬਾਅਦ ਲੋਕਾਂ ਦੇ ਗੱਲ ਉੱਡ ਗਈ ਕਿ ਰਾਜੇ ਨੂੰ ਬਹੁਤ ਵੱਡਾ ਪਾਪ ਲੱਗੇਗਾ, ਇਤਨੇ ਲੋਕਾਂ ਨੂੰ ਇਸ ਨੇ ਮਾਰਨਾ ਕੀਤਾ ਹੈ, ਇਹਦੀ ਕਦੇ ਮਾਫੀ ਨਹੀਂ ਇਹਨੂੰ ਮਿਲੇਗੀ। ਹੁਣ ਰਾਜਾ ਇਸ ਗੱਲ ਦਾ ਪਛਤਾਪ ਕਰਨ ਲਈ ਘਰੋਂ ਨਿਕਲ ਪਿਆ। ਕਹਿੰਦੇ ਘਰੋਂ ਨਿਕਲ ਗਿਆ, ਤੁਰਿਆ ਜਾ ਰਿਹਾ ਹੈ, ਸੋਚਦਾ ਹੋਇਆ ਬਈ ਮੇਰੀ ਕੀ ਗਲਤੀ ਹੈ, ਮੈਂ ਤਾਂ ਕੋਲੋਂ ਖਰਚਾ ਕਰਕੇ ਜਿਹੜਾ ਹੈ ਇਸ ਨੂੰ ਸੇਵਾ ਨੂੰ ਕਰ ਰਿਹਾ ਸੀਗਾ,
ਹੁਣ ਲਾਂਗਰੀ ਦੀ ਗਲਤੀ ਹੈ ਜਾਂ ਬਣਾਉਣ ਵਾਲੇ ਦੀ ਗਲਤੀ ਹੈ ਜਾਂ ਇਹਦੇ ਵਿੱਚ ਕੀ ਹੋਇਆ, ਇਹ ਕਿਸ ਦੀ ਗਲਤੀ ਹੈ, ਕਿਹਨੂੰ ਸਜ਼ਾ ਮਿਲਣੀ ਚਾਹੀਦੀ ਆ, ਇਹ ਸੋਚਦਾ ਵੀ ਜਾ ਰਿਹਾ। ਪਛਤਾਪ ਦੇ ਲਈ ਰਾਜ ਭਾਗ ਛੱਡ ਕੇ ਤੁਰ ਗਿਆ। ਚਲਦੇ ਚਲਦੇ ਕਹਿੰਦੇ ਰਾਤ ਪੈ ਗਈ, ਇੱਕ ਨਗਰ ਦੇ ਵਿੱਚ ਵੜਿਆ ਰਾਤ ਕੱਟਣ ਦੇ ਲਈ। ਤਾਂ ਗੁਰੂ ਪਿਆਰਿਓ ਰਾਜਾ ਬੜਾ ਧਰਮਾਤਮਾ ਬੰਦਾ ਸੀਗਾ, ਸਾਥ ਵਿੱਚ ਕੁਝ ਲੋਕ ਬੈਠੇ ਨੇ। ਗੁਰੂ ਪਿਆਰਿਓ 15-20 ਉਹਨਾਂ ਨੂੰ ਕਹਿੰਦਾ ਮੈਂ ਰਾਤ ਕੱਟਣੀ ਆ, ਕੋਈ ਚੰਗਾ ਭਗਤੀ ਭਾਵਨਾ ਵਾਲਾ ਘਰ ਹੋਵੇ ਤਾਂ ਮੈਨੂੰ ਦੱਸੋ, ਮੈਂ ਉੱਥੇ ਰਾਤ ਕੱਟਣੀ ਆ। ਪਿੰਡ ਵਾਲੇ ਕਹਿੰਦੇ ਵੀ ਇੱਥੇ 2 ਭੈਣ ਭਰਾ ਹਨ, ਉਹਨਾਂ ਦੇ ਘਰੇ ਰਾਤ ਕੱਟ ਸਕਦੇ। ਤਾਂ ਰਾਜਾ ਉਹਨਾਂ ਦੇ ਘਰ ਚਲਿਆ ਗਿਆ, ਉੱਥੇ ਰਾਤ ਕੱਟੀ। ਕਹਿੰਦੇ ਜਿਹੜੀ ਭੈਣ ਸੀ ਨਾ, ਜਦੋਂ ਸਿਮਰਨ ਵਿੱਚ ਬੈਠਦੀ, ਰੋਜ਼ਾਨਾ ਤੜਕੇ ਉੱਠ ਕੇ ਨਾ ਸਮਾਧੀ ਲਾਉਂਦੀ, ਉਹ ਸਮਾਧੀ 'ਚ ਬੈਠਦੀ ਸੁਬਹ ਅੰਮ੍ਰਿਤ ਵੇਲੇ। ਔਰ ਕੋਈ ਪਿਆਰਿਓ ਫਿਰ ਟਾਈਮ ਨਾਲ ਉੱਠ ਖੜਦੀ, ਫਿਰ ਆਪਦਾ ਘਰ ਦਾ ਕੰਮ ਧੰਦਾ ਕਰਦੀ, ਪ੍ਰਸ਼ਾਦਾ ਪਾਣੀ ਬਣਾਉਂਦੀ। ਅੱਜ ਇਹਨਾਂ ਦੇ ਘਰੇ ਇੱਕ ਜਾਤਰੂ ਠਹਿਰਿਆ ਹੋਇਆ, ਤੇ ਜਾਤਰੂ ਨੂੰ ਪੁਰਾਣੇ ਲੋਕ ਰੱਬ ਦਾ ਰੂਪ ਹੀ ਸਮਝਦੇ ਸਨ। ਤੇ ਕਹਿੰਦੀ ਉਹ ਬੀਬੀ ਰੁਟੀਨ ਨਾਲ ਬੈਠੀ, ਤੇ ਅੱਜ ਉਸ ਨੇ ਪਹਿਲਾਂ ਨਾਲੋਂ ਘੰਟਾ 1.5 ਘੰਟਾ ਜ਼ਿਆਦਾ ਹੀ ਲਾ ਦਿੱਤਾ। ਉੱਠੀ ਨਾ ਜਲਦੀ, ਜਦ ਉੱਠੀ ਤੇ ਉਹਦਾ ਭਰਾ ਕਹਿਣ ਲੱਗਿਆ ਭੈਣੇ ਆਪਣੇ ਘਰੇ ਜਾਤਰੂ ਰੁਕੇ, ਅਸੀਂ ਇਹਨੇ ਜਲਦੀ ਜਾਣਾ ਹੋਣਾ, ਤੜਕੇ ਦੂਰ ਜਾਣਾ ਹੋਣਾ, ਪਤਾ ਨਹੀਂ ਕਿੱਥੇ, ਤੇ ਤੂੰ ਅੱਜ ਇੰਨਾ ਟਾਈਮ ਲਾ ਦਿੱਤਾ। ਉਹ ਕਹਿਣ ਲੱਗੀ ਕੀ ਕਰਾਂ ਵੀਰਾ, ਮੈਂ ਤਾਂ ਅੱਜ ਸੁਰਤ ਜੋੜ ਕੇ ਧਰਮਰਾਜ ਦੇ ਦਰਬਾਰ ਵਿੱਚ ਚਲੀ ਗਈ। ਕਹਿੰਦੇ ਫਿਰ? ਕਹਿੰਦੇ ਉੱਥੇ ਗੱਲ ਚੱਲ ਰਹੀ ਸੀ, ਇੱਕ ਫੈਸਲਾ ਨਹੀਂ ਹੋ ਰਿਹਾ ਸੀਗਾ। ਕੀ? ਕਹਿੰਦੇ ਕੋਈ ਰਾਜਾ ਹੈ, ਉਸ ਰਾਜੇ ਨੇ ਸਲਾਹ ਬਣਾਈ ਮੈਂ ਸਭ ਨੂੰ ਖੀਰ ਖਵਾਵਾਂ ਰੋਜ਼ਾਨਾ, ਤੇ ਉਹਨੇ ਖੀਰ ਖਵਾਉਣੀ ਸ਼ੁਰੂ ਕੀਤੀ। ਤੇ ਇੱਕ ਦਿਨ ਉਹਦੀ ਖੀਰ ਵਿੱਚ ਕਿਤੇ ਸੱਪ ਦਾ ਜ਼ਹਿਰ ਪੈ ਗਿਆ ਜਾਂ ਸੱਪ ਡਿੱਗ ਪਿਆ। ਜ਼ਹਿਰੀਲੀ ਖੀਰ ਖਾਣ ਕਰਕੇ ਲੋਕ ਜਿਹੜੇ ਸਨ ਉਹ ਮਰ ਗਏ। ਔਰ ਜਿਹੜਾ ਰਾਜਾ ਹੈ ਉਹ ਪਛਤਾਪ ਦੇ ਵਿੱਚ ਚਲਿਆ ਗਿਆ ਕਿਧਰੇ ਪਤਾ ਨਹੀਂ। ਤੇ ਧਰਮਰਾਜ ਜਿਹੜਾ ਹੈ ਉਹਨੇ ਫੈਸਲਾ ਨਹੀਂ ਕਰ ਪਾ ਰਿਹਾ ਬਈ ਇਹਦਾ ਫਲ ਮੈਂ ਕਿਹਨੂੰ ਦੇਵਾਂ, ਇਹਦੀ ਸਜ਼ਾ ਕਿਹਨੂੰ ਦੇਵਾਂ, ਲਾਂਗਰੀ ਨੂੰ ਦੇਵਾਂ ਕਿ ਰਾਜੇ ਨੂੰ ਦੇਵਾਂ ਕਿ ਸੱਪ ਨੂੰ ਦੇਵਾਂ। ਹਜੇ ਤੱਕ ਉਹਦਾ ਫੈਸਲਾ ਹੋਇਆ ਨਹੀਂ। ਰਾਜੇ ਨੇ ਵੇਖਿਆ ਟਰਸਟ ਨਾਲ ਵੀ ਇਹ ਤਾਂ ਗੱਲ ਤਾਂ ਮੇਰੀ ਹੈ, ਇਹ ਘਟਨਾ ਮੇਰੇ ਨਾਲ ਵਰਤੀ। ਉਹ ਸੁਣਨ ਲੱਗਿਆ ਗੌਰ ਨਾਲ। ਰਾਜਾ ਕਹਿੰਦਾ ਫਿਰ ਭੈਣ ਉਹਨਾਂ ਦਾ ਫਿਰ ਹੋਇਆ ਨਹੀਂ ਫੈਸਲਾ। ਕਹਿੰਦੀ ਉਹਨਾਂ ਨੇ ਕੱਲ ਤੇ ਪਾ ਦਿੱਤਾ ਹੈ, ਅੱਜ ਉਹਨਾਂ ਨੇ ਫੈਸਲਾ ਛੱਡਤਾ ਵਿਚਾਰੀ, ਫਿਰ ਮੈਂ ਵਾਪਸ ਆ ਗਈ ਸੁਰਤ ਕਰਕੇ। ਰਾਜਾ ਸੋਚਿਆ ਵੀ ਤੇ ਫੈਸਲਾ ਸੁਣ ਕੇ ਜਾਣਾ ਚਾਹੀਦਾ। ਕਹਿਣ ਲੱਗਿਆ ਮੈਂ ਤੁਹਾਡੇ ਘਰ ਇੱਕ ਰਾਤ ਹੋਰ ਕੱਟ ਸਕਦਾ? ਉਹ ਕਹਿੰਦੇ ਕੋਈ ਗੱਲ ਨਹੀਂ, ਉਹਨੇ ਦੱਸਿਆ ਨਹੀਂ ਕਿ ਮੈਂ ਹੀ ਉਹ ਰਾਜਾ। ਕਹਿਣ ਲੱਗੇ ਕੋਈ ਨਹੀਂ ਜੀ, ਇੱਕ ਰਾਤ ਹੋਰ ਕੱਟ ਲਓ। ਰਾਜੇ ਨੇ ਦੂਜੀ ਰਾਤ ਵੀ ਕੱਟੀ। ਜਾਂ ਦੂਜੀ ਰਾਤ ਵੀ ਰਾਜੇ ਨੇ ਕੱਟੀ ਤੇ ਦੂਜੇ ਦਿਨ ਗੁਰੂ ਪਿਆਰਿਓ ਫਿਰ ਉਹ ਬੀਬੀ ਆਪਣੇ ਰੁਟੀਨ ਨਾਲ ਸਿਮਰਨ ਦੇ ਵਿੱਚ ਬੈਠੀ, ਧਿਆਨ ਜੁੜਿਆ ਤੇ ਕਹਿੰਦੇ ਫਿਰ ਉਸੇ ਧਿਆਨ ਦੇ ਨਾਲ ਉੱਥੇ ਚਲੀ ਗਈ। ਔਰ ਉੱਥੇ ਅੱਜ ਫਿਰ ਧਰਮਰਾਜ ਨੇ ਫੈਸਲਾ ਕਰ ਦਿੱਤਾ। ਧਿਆਨ ਚੋਂ ਉੱਠੀ, ਰਾਜਾ ਫਿਰ ਪੁੱਛਦਾ ਅੱਜ ਇੰਟਰਸਟ ਨਾਲ, ਕਹਿੰਦਾ ਭੈਣ ਕੋਈ ਸੁਣ ਕੇ ਆਈ ਗੱਲ? ਅੱਜ ਕਹਿੰਦੀ ਫੈਸਲਾ ਹੋ ਗਿਆ ਵੀਰ। ਅੱਜ ਉੱਥੇ ਕੀ ਫੈਸਲਾ ਹੋਇਆ ਭੈਣ? ਕਹਿੰਦੇ ਦੱਸਦੇ ਆ ਉਹ ਰਾਜਾ ਪਿੰਡ ਵਿੱਚੋਂ ਲੰਘਦਾ ਜਾ ਰਿਹਾ ਸੀਗਾ ਤੇ ਸੱਚ ਵਿੱਚ ਕੁਝ ਲੋਕਾਂ ਨੂੰ ਪੁੱਛਿਆ ਬਈ ਇੱਥੇ ਕੋਈ ਭਗਤੀ ਭਾਵਨਾ ਵਾਲਾ ਘਰ ਹੈ, ਮੈਂ ਉੱਥੇ ਰਾਤ ਕੱਟ ਲਵਾਂ। ਕਿਉਂ ਰਾਜਾ ਕਿਸੇ ਦੇ ਘਰ ਠਹਿਰ ਗਿਆ ਹੈ ਤੇ ਉਹ ਲੋਕਾਂ ਨੇ ਪਹਿਲੇ ਦਿਨ ਤਾਂ ਉਸ ਨੂੰ ਦੱਸ ਦਿੱਤਾ ਬਈ ਆਹ ਭਗਤੀ ਭਾਵਨਾ ਵਾਲਾ ਘਰ ਹੈ, ਉੱਥੇ ਠਹਿਰ ਜਾ। ਪਰ ਜਦ ਦੂਜੇ ਦਿਨ ਰਾਜਾ ਉੱਥੋਂ ਨਾ ਗਿਆ ਤੇ ਪਿੰਡ ਵਾਲੇ ਨੇ ਸੋਚਿਆ ਵੀ ਰਾਜੇ ਨੂੰ ਲੜਕੀ ਸੁੰਦਰ ਹੈ, ਹੋ ਸਕਦਾ ਆ ਜਿਹੜਾ ਮਨੁੱਖ ਨੇ ਅਗਰ ਰਾਤ ਕੱਟੀ ਹੈ ਨਾ ਇਹਦਾ ਮੋਹ ਪੈ ਗਿਆ, ਲੱਗਦਾ ਤਾਈਓ ਅੱਜ ਗਿਆ ਨਹੀਂ। ਉਹਨਾਂ ਸੱਥ ਵਿੱਚ ਬੈਠੇ ਲੋਕਾਂ ਨੇ ਉਸ ਦੀ ਨਿੰਦਿਆ ਕੀਤੀ। ਕੋ ਸਤਿਨਾਮ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਨੂੰ ਆਦਤ ਹੀ ਹੁੰਦੀ ਹੈ, ਕਈ ਵਾਰੀ ਸੋਚਦੇ ਨਹੀਂ ਵੀ ਗੱਲ ਕਹਿਣੀ ਚਾਹੀਦੀ ਕਿ ਨਹੀਂ ਕਹਿਣੀ ਚਾਹੀਦੀ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਬਾਣੀ ਦਾ ਵਚਨ ਵੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਜਦੋਂ ਕਹਿੰਦੀ ਉਹ ਸੱਥ ਵਿੱਚ ਬੈਠੇ ਲੋਕਾਂ ਨੇ ਨਿੰਦਿਆ ਕੀਤੀ ਨਾ ਤੇ ਧਰਮਰਾਜ ਕਹਿੰਦਾ ਚਲੋ ਆਏ ਕਰੋ, ਰਾਜੇ ਨੂੰ ਵੀ ਮਾਫ ਕਰ ਦਿਓ, ਉਹਨੇ ਚੰਗਾ ਕੰਮ ਹੀ ਕੀਤਾ ਹੈ। ਔਰ ਲਾਂਗਰੀ ਨੂੰ ਵੀ ਕਾਹਦੀ ਸਜ਼ਾ, ਇਹ ਸਾਰੀ ਸਜ਼ਾ ਜਿਹੜੀ ਆ ਇਹਨਾਂ ਨਿੰਦਿਆ ਕਰਨ ਵਾਲਿਆਂ ਚ ਵੰਡ ਦਿਓ। ਕੋ ਸਤਿਨਾਮ। ਇਹਨਾਂ ਨੂੰ ਪਾਪ ਦਾ ਫਲ ਦਿਓ। ਇਹ ਉਹ ਰਾਜਾ ਬੜਾ ਹੈਰਾਨ ਹੋਇਆ ਤੇ ਉਹਨੇ ਫਿਰ ਦੱਸਿਆ ਭੈਣੀ ਉਹ ਤਾਂ ਮੈਂ ਹੀ ਸੀਗਾ ਔਰ ਮੇਰੇ ਨਾਲ ਹੀ ਇਹ ਘਟਨਾ ਵਾਪਰੀ। ਉੱਥੋਂ ਰਾਜਾ ਵਾਪਸ ਮੁੜ ਕੇ ਆ ਗਿਆ। ਇਸ ਕਰਕੇ
ਕੰਨ ਜਿੱਥੇ ਹਨ ਸਰਵਣੋ ਸਾਚੈ ਸੋਨੇ ਨੂੰ ਪਠਾਏ, ਸਾਚੈ ਸੋਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਵਾਣੀ। ਇਹ ਨੇਤਰੋ ਮੇਰਿਓ ਹਰ ਕੋ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਰਸਨਾ ਤੂੰ ਆਲਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਸਾਡਾ ਮਨ ਜਿੱਥੇ ਅੱਖ ਚੋਂ ਨਿਕਲ ਕੇ ਦੂਰ ਜਾਂਦਾ ਇਹਨੂੰ ਮੋੜ ਕੇ ਜੀਭ ਤੇ ਲਿਆ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰੀਏ ਜੀ। ਇਸ ਕੋ ਅੰਤ ਸਮਝ ਆਵੇ ਨਾਮੇ ਹਿਤ ਸਹਿਤਾ ਤਾਵੇ। ਇਸ ਕਰਕੇ ਜਿਹੜਾ ਜੀਵ ਦੇ ਨਾਲ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦਾ ਹੈ, ਜਦੋਂ ਉਹਦਾ ਅੰਤ ਸਮਾਂ ਆਉਂਦਾ ਤੇ ਨਾਮੀ ਜਿਹੜਾ ਹਿਤ ਬੜੇ ਪਿਆਰ ਦੇ ਨਾਲ ਨਾਮੀ ਖੰਭਾ ਦਾ ਮਾਲਕ ਸ਼ਬਦਾਂ ਦਾ ਮਾਲਕ ਪਰਮੇਸ਼ਰ ਨਾਮੀ ਸਹਾਇਤਾ ਕਰਨ ਲਈ ਆ ਜਾਂਦਾ ਜੀ। ਉਹਨ ਪਾਪ ਕੇ ਬੰਧਨ ਸਾਰੇ ਸ਼੍ਰੀ ਕਰਤਾਰ ਤੁਰਤ ਨਿਰਵਾਰੇ। ਔਰ ਪਰਮੇਸ਼ਰ ਉਹ ਜੀਵ ਦੇ ਸਾਰੇ ਪਾਪਾਂ ਦੀ ਲਖੀਰ ਮਾਰ ਦਿੰਦਾ ਹੈ। ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਿਆ ਵਾਲੀ ਘਟਨਾ ਘਟ ਜਾਂਦੀ ਹੈ। ਪਰਮੇਸ਼ਰ ਉਹਦੇ ਪਾਪਾਂ ਪੁੰਨਾਂ ਨੂੰ ਖਤਮ ਕਰਕੇ ਆਪਣੇ ਦੇਸ਼ ਲੈ ਜਾਂਦਾ ਹੈ। ਹੁਣ ਤੁਸੀਂ ਕਹੋਗੇ ਪੁੰਨ ਕਿਉਂ ਖਤਮ ਕਰਤੇ? ਪੁੰਨ ਸੋਨੇ ਦੀ ਸੰਗਲੀ ਹੈ, ਪਾਪ ਲੋਹੇ ਦੀ ਸੰਗਲੀ ਹੈ, ਦੋਨੇ ਬੰਧਨ ਹਨ। ਪੁੰਨਾ ਕਰਕੇ ਪੁੰਨਾਂ ਦਾ ਫਲ ਵੀ ਭੋਗਣ ਲਈ ਆਉਣਾ ਪੈਂਦਾ ਹੈ ਤੇ ਪਾਪਾਂ ਦਾ ਵੀ ਭੋਗਣਾ ਪੈਂਦਾ ਹੈ। ਪਰਮੇਸ਼ਰ ਦੋਨਾਂ ਚੀਜ਼ਾਂ ਨੂੰ ਖਤਮ ਕਰਕੇ ਆਪਣੇ ਵਿੱਚ ਮਿਲਾਉਂਦਾ ਹੈ। ਤਾਂ ਕਬੀਰ ਸਾਹਿਬ ਜੀ ਇਸ ਵਿਸ਼ੇ ਤੇ ਕਹਿੰਦੇ ਸੁਰਗ ਨਰਕ ਹਮ ਦੋ ਰਾਦੇ, ਨਾ ਮੈਂ ਪਾਪਾਂ ਦਾ ਫਲ ਨਰਕਾਂ ਨੂੰ ਜਾਵਾਂਗਾ, ਨਾ ਮੈਨੂੰ ਪੁੰਨਾਂ ਦਾ ਫਲ ਸਵਰਗ ਚਾਹੀਦਾ। नरक स्वर्ग हम दो राधे, हम काहू की का न करते अपने गुर प्रसादे। मैं अपनी गुरु की कृपा दे नाल मैं अपने देश जा रहा। अब तो जाए सड़े सिंहासन मिले है सारंग पानी, उस परमेश्वर दे विच मिल गया। हुण मैं मात लोक विच नहीं रहांगा। ते सच्ची गल है कि कबीर साहब जी दे शरीर भी संसार नूं मिलिया नहीं, शरीर समेत ही वो लोक हो गए सी। को चले गए सी दुनिया तो। खैर मनोवृत्तियां उत्थे रखिए। ਜਦੋਂ ਨਾਮ ਜਪਣ ਵਾਲੇ ਦਾ ਅੰਤ ਸਮਾਂ ਆਉਂਦਾ ਹੈ ਪਰਮੇਸ਼ਰ ਆਪ ਸੰਭਾਲਦਾ ਹੈ ਜੀ। ਨਿਕਟ ਆਪਨੇ ਜਨ ਕਰ ਰਾਖੇ, ਜਿਸ ਪਦ ਕੋ ਜੋਗੀ ਅਬਿਲਾਖੇ। ਔਰ ਆਪਣੇ ਪਿਆਰਿਆਂ ਨੂੰ, ਆਪਣੇ ਜਨਾਂ ਨੂੰ, ਆਪਣੇ ਨਾਮੀ ਜਪਣ ਵਾਲਿਆਂ ਨੂੰ ਆਪਣੇ ਕੋਲ ਬਿਠਾਉਂਦਾ ਹੈ। ਜਿਸ ਪਦਵੀ ਨੂੰ ਜੋਗੀ ਜੋਗ ਸਾਧਨਾ ਕਰਨ ਲਈ ਲੱਭਦੇ ਫਿਰਦੇ ਨੇ ਉਹਨਾਂ ਨੂੰ ਲੱਭਦੀ ਨਹੀਂ ਤੇ ਰੱਬ ਦੇ ਪਿਆਰਿਆਂ ਨੂੰ ਸਹਿਜੇ ਨਾਮ ਜਪਣ ਵਾਲਿਆਂ ਨੂੰ ਮਿਲ ਜਾਂਦੀ ਹੈ। ਅਨਕ ਜਤਨ ਤੇ ਸਾਥੇ ਜੋਗ ਹੋਏ ਸੰਪੂਰਨ ਤਨ ਬਿਨ ਰੋਗ। ਔਰ ਸਾਨੂੰ ਹਮੇਸ਼ਾ ਯਤਨ ਕਰਕੇ ਅਨਕ ਯਤਨ ਤੇ ਜ਼ੋਰ ਲਾ ਕੇ, ਜਿਸ ਤਰ੍ਹਾਂ ਪੈਸੇ ਕਮਾਉਣ ਵਾਸਤੇ ਜ਼ੋਰ ਲਾਉਣੇ ਆ, ਕੋਈ ਦਿਹਾੜੀ ਕਰਦਾ, ਕੋਈ ਮਜ਼ਦੂਰੀ ਕਰਦਾ, ਕੋਈ ਡਾਕਟਰੀ ਕਰਦਾ, ਕੋਈ ਮਾਸਟਰੀ ਕਰਦਾ, 8-8 10-10 ਘੰਟੇ ਲਾਉਣੀ ਆ ਨਾ ਮਾਇਆ ਕਮਾਉਣ ਵਾਸਤੇ। ਪਰ ਨਾਮ ਜਪਣ ਵਾਸਤੇ ਸਾਨੂੰ 2.5 ਘੰਟੇ ਲਾਉਣੇ ਔਖੇ ਲੱਗਦੇ ਆ। ਆ ਛੱਜੂ ਇੱਕ ਭਗਤ ਹੋਏ, ਗੁਰੂ ਪਿਆਰੋ ਭਗਤ ਜੀ ਵਿਚਰਦੇ ਆ ਰੋਜ਼ਾਨਾ। ਔਰ ਛੱਜੂ ਜੀ ਇੱਕ ਚੌਕ ਚੋਂ ਲੰਘਦੇ ਆ, ਜਿਵੇਂ ਆਪਣੇ ਬਠਿੰਡੇ ਚੌਕ ਦੇ ਵਿੱਚ ਤੜਕੇ ਮਜ਼ਦੂਰ ਖੜੇ ਹੁੰਦੇ ਆ। ਇੱਕ ਦਿਨ ਜਦ ਲੰਘਣ ਲੱਗੇ ਤੇ ਉੱਥੇ ਕੁਝ ਮਜ਼ਦੂਰ ਬੈਠੇ ਆ, ਜਿਵੇਂ ਝੂਲੇ ਜਿਹੇ ਹੋਏ। ਛੱਜੂ ਕਹਿਣ ਲੱਗੇ ਭਾਈ ਸਾਹਿਬ ਇੱਥੇ ਕਿਵੇਂ ਬੈਠੇ ਹੋ? ਕੁਛ ਨਹੀਂ ਭਗਤ ਜੀ, ਕੋਈ ਦਿਹਾੜੀ ਤੇ ਲੈਣ ਵਾਸਤੇ ਆਇਆ ਨਹੀਂ, ਵਿਹਲੇ ਬੈਠੇ ਆ, ਦਿਹਾੜੀ ਨਹੀਂ ਲੱਗੀ ਅੱਜ। ਅੱਛਾ ਫਿਰ ਮੇਰੇ ਨਾਲ ਚੱਲੋ, ਤੁਹਾਨੂੰ ਦਿਹਾੜੀ ਮੈਂ ਦੇ ਦਿਆਂਗਾ। ਕਹਿਣ ਲੱਗੇ ਅੱਛਾ ਜੀ ਕਿੰਨਾ ਕੰਮ ਹੈ? ਕਹਿੰਦੇ ਕੰਮ ਬਹੁਤ ਹੈ, ਸਾਰੇ ਚੱਲੋ। ਅੱਛਾ ਜੀ, ਵਾਹ ਜੀ ਵਾਹ, ਗੱਲ ਬਣ ਗਈ। ਫਿਰ ਤਾਂ ਲੈ ਗਿਆ ਨਾਲ ਘਰੇ, ਚੁਬਾਰੇ ਚ ਲੈ ਗਿਆ ਔਰ ਉਹਨਾਂ ਦੇ ਹੱਥ ਪੈਰ ਧਵਾਏ ਪਹਿਲਾਂ। ਕਹਿੰਦੇ ਵੀ ਕੋਈ ਚੱਲ ਪਾਣੀ ਛਕਾਉਣ ਹੋਊਗਾ, ਦੁਪਹਿਰਾ ਹੋ ਗਿਆ, ਰੋਟੀ ਖਾਣਗੇ। ਚਲੋ ਹੱਥ ਮੂੰਹ ਧਵਾ ਕੇ ਤੇ ਉਹਨਾਂ ਨੂੰ ਪੱਟੀਆਂ ਵਿਛਾਤੀਆਂ। ਕਹਿੰਦੇ ਬੈਠੋ ਇੱਥੇ। ਚੌਕੜਾ ਮਾਰ ਕੇ ਬੈਠ ਗਏ। ਭਾਈ ਸਾਹਿਬ ਜੀ ਅੰਦਰ ਗਏ ਤੇ ਜਿੰਨੇ ਬੰਦੇ ਸੀ ਉਹਨੀਆਂ ਮਾਲਾਵਾਂ ਚੱਕ ਲਿਆਏ। ਕਹਿੰਦੇ ਆ ਲਓ। ਕਹਿੰਦੇ ਜੀ ਇਹਨਾਂ ਦਾ ਕੀ ਕਰਨਾ ਹੈ? ਕਹਿੰਦੇ ਬਸ ਇੱਥੇ ਬੈਠ ਕੇ ਫੇਰੀ ਚਲੋ ਤੇ ਰਾਮ ਰਾਮ ਜਪੀ ਚਲੋ। 8 ਘੰਟਿਆਂ ਬਾਅਦ ਆਪਦੀ ਮਜ਼ਦੂਰੀ ਲੈ ਕੇ ਘਰੇ ਵੜ ਗਏ। ਉਹਨਾਂ ਨੇ 8 ਘੰਟੇ ਕਿਹੜੇ, ਉਹ ਤਾਂ ਘੰਟੇ ਬਾਅਦ ਹੀ ਉਸਲ ਵੱਟੇ ਲੈਣ ਲੱਗੇ। ਕੀ ਹੋ ਗਿਆ ਛੱਜੂ ਜੀ? ਕਹਿੰਦੇ ਬਾਬਾ ਜੀ ਨੂੰ ਕਹੀ ਕੋਈ ਚਲਾਉਣੀ ਹੈ, ਦੱਸੋ ਸਾਥੋਂ ਮਾਲਾ ਨਹੀਂ ਘਮਾਈ ਜਾਂਦੀ, ਨਾਮ ਜਪਣਾ ਬੜਾ ਔਖਾ ਹੈ। ਕੋਈ ਕਹੀ ਚਲਾਉਣੀ ਹੈ, ਕੋਈ ਕੰਮ ਕਰਨਾ ਹੋਰ ਤਾਂ ਦੱਸੋ ਹੱਥਾਂ ਵਾਲਾ। ਇਹ ਜੀਵ ਨਾਲ ਨਾਮ ਜਪਣਾ ਬੜਾ ਔਖਾ ਹੈ। ਮਹਾਰਾਜ ਆ ਲੋ ਤੁਹਾਡੀਆਂ ਮਾਲਾ ਤੇ ਸਾਥੋਂ ਇੱਥੇ ਟਿੱਕੇ ਨਹੀਂ ਬੈਠ ਜਾਂਦਾ, ਕਿਉਂਕਿ ਸਾਡੇ ਮਨ ਦਾ ਸੁਭਾਅ ਹੈ ਤੇ ਮਨ ਸਾਡੇ ਸਰੀਰ ਨੂੰ ਵੀ ਟਿਕਣ ਨਹੀਂ ਦਿੰਦਾ। ਇਹ ਮਨ ਹੀ ਸਾਡੇ ਇੰਦਰੀਆਂ ਨੂੰ, ਸਾਡੇ ਹੱਥਾਂ ਪੈਰਾਂ ਨੂੰ ਚਲਾਉਂਦਾ ਹੈ। ਤੁਸੀਂ ਸਿਮਰਨ ਵਿੱਚ ਬੈਠ ਜਾਓ
ਤੇ ਤੁਹਾਡੇ ਅੰਦਰ ਮਨ ਫੁਰਨੇ ਬਣਾਉਂਦਾ ਰਹੇਗਾ। ਕੀ ਕਹਿੰਦਾ ਰਹੇਗਾ? ਮੋਬਾਈਲ ਤਾਂ ਕੱਢ ਲੈ ਜੇਬ ਚੋਂ, ਕਿਸੇ ਦਾ ਫੋਨ ਨਾ ਆਉਂਦਾ ਹੋਵੇ, ਤੂੰ ਆਵਾਜ਼ ਬੰਦ ਕੀਤੀ ਤੜਕੇ। ਫਿਰ ਕੋਸ਼ਿਸ਼ ਕਰਦੇ ਆ ਮੈਨੂੰ ਹਜੇ ਨਹੀਂ ਕੱਢਣਾ, ਜਪਜੀ ਸਾਹਿਬ ਪੂਰਾ ਹੋ ਜਾਂਦੇ, ਫਿਰ ਚੱਲ ਬਹਿ ਜਾਂਦੇ ਆ। ਫਿਰ 2 ਮਿੰਟਾਂ ਬਾਅਦ ਵੇਖ ਲਾ ਕੋਈ ਮੈਸੇਜ ਨਾ ਆ ਗਿਆ ਹੋਵੇ। ਭਾਵ ਤੁਸੀਂ ਇਹ ਚੀਜ਼ਾਂ ਆਪਣੇ ਨਾਲ ਹੁੰਦੀਆਂ, ਮੇਰੇ ਨਾਲ ਵੀ ਹੁੰਦੀਆਂ, ਮੈਂ ਤਾਂਹੀਓ ਦੱਸੀਆਂ ਨਾ, ਤਜਰਬਾ ਹੈ, ਤੁਹਾਡੇ ਨਾਲ ਵੀ ਹੁੰਦੀਆਂ ਹੋਣੀਆਂ ਜ਼ਰੂਰ। ਪਰ ਇਹ ਸੁਭਾਅ ਹੈ ਮਨ ਦਾ ਕਿ ਸਾਨੂੰ ਟਿਕ ਕੇ ਨਹੀਂ ਬੈਠਣ ਦਿੰਦਾ, ਇਹਦਾ ਸੁਭਾਅ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਕਈ ਤਾਂ ਮਹਾਂਪੁਰਸ਼ ਇਸ ਮੋਬਾਈਲ ਨੂੰ ਕਲਯੁਗ ਵੀ ਕਹਿੰਦੇ ਆ, ਵੀ ਕਲਯੁਗ ਨੂੰ ਜੇਬ 'ਚ ਪਾਈ ਫਿਰਦੇ ਆ, ਪਰ ਨਹੀਂ ਵੀ ਇਹ ਕੋਈ ਚੰਗੇ ਕੰਮ ਵੀ ਕਰਦਾ ਹੈ, ਇਸ ਨੂੰ ਸ਼ੱਕ ਨਹੀਂ ਹੈ। ਗੁਰੂ ਕਿਰਪਾ ਕਰੇ, ਪਰ ਸਿਮਰਨ ਭਜਨ ਬੰਦਗੀ ਕਰਨ ਵੇਲੇ ਇਹਨੂੰ ਜ਼ਰੂਰ ਬੰਦ ਕਰਕੇ ਰੱਖ ਦੇਣਾ ਚਾਹੀਦਾ ਹੈ। ਪਰ ਥੋੜੇ ਦਿਨ ਤੁਸੀਂ ਵੇਖੋਗੇ ਵਾਰ-ਵਾਰ ਮਨ ਕਹੂਗਾ ਮੋਬਾਈਲ ਤਾਂ ਵੇਖ ਲੈਂਦਾ ਯਾਰ, ਉਹ ਤੂੰ ਬੰਦ ਹੀ ਕਰਦਾ। ਕੋ ਸਤਿਨਾਮ। ਇਹ ਅੰਦਰੋਂ ਫੁਰਨੇ ਆਉਂਦੇ ਆ ਤੇ ਸਾਡੇ ਜਿਹੜੇ ਦਿਮਾਗ ਸੁਣਦਾ ਉਸ ਵੇਲੇ ਬੜਾ ਕਲੀਅਰ ਸੁਣਦਾ ਸਿਮਰਨ ਕਰਨ ਵੇਲੇ ਚੀਜ਼ਾਂ। ਜਿਸ ਤਰ੍ਹਾਂ ਝਾੜੂ ਮਾਰਦੇ ਆ ਨਾ ਆਪਾਂ ਗਲੀ ਆਪਣੇ ਘਰ ਦੇ ਵਿੱਚ ਤੇ ਰੇਤਾ ਉੱਡਦਾ ਹੈ ਤੇ ਸਿਮਰਨ ਦਾ ਮਨ ਨੂੰ ਝਾੜੂ ਵੱਜਦਾ ਹੈ ਤੇ ਉਦੋਂ ਫੁਰਨੇ ਉੱਡਦੇ ਆ, ਉੱਡ ਕੇ ਆਉਂਦੇ ਆ ਫਟਾਫਟ ਫਟਾਫਟ ਫਟਾਫਟ। ਪਰ ਥੋੜੇ ਦਿਨਾਂ ਬਾਅਦ ਇਹ ਫੁਰਨੇ ਖਤਮ ਹੋ ਜਾਣਗੇ। ਮੇਰੇ ਪ੍ਰੀਤਮ ਜੀ ਕਹਿੰਦੇ ਬੜਾ ਯਤਨ ਕਰਨਾ ਪੈਣਾ ਹੈ, ਇਹ ਸਿਮਰਨ ਕਰਿਆ ਕਰੋ। ਇਹ ਯੋਗ ਸਾਧਨਾ ਕਿੱਦਾਂ ਕਰੀਏ? ਜੇ ਕਰ ਲਓ ਤੇ ਤਨ ਦੇ ਰੋਗ ਖਤਮ ਹੋ ਜਾਣਗੇ ਜੀ। ਬ੍ਰਹਮ ਦਵਾਰ ਮੇ ਮਿਰਤੀ ਟਿਕਾਵੇ, ਜੁਗਤ ਜੋਗ ਕੀ ਰਸ ਕੋ ਪਾਵੇ। ਤੋ ਇਸ ਤਰ੍ਹਾਂ ਬ੍ਰਹਮ ਦਵਾਰ ਹੁੰਦਾ ਹੈ, 10ਵਾਂ ਦਵਾਰ ਸਾਡਾ। ਉੱਥੇ ਜਾ ਕੇ ਆਪਣੇ ਸੁਰਤੀ ਨੂੰ ਰੋਕੋ ਔਰ ਉਥੋਂ ਦਾ ਰਸ ਪੀਣਾ ਕਰੋ ਜੀ। ਸੋਅਬ ਕਰੇ ਕਾਲ ਮੈਂ ਨਾਹੀ, ਯਾਤੇ ਰਹੋ ਨਾਮ ਰਸ ਮਾਹੀ। ਪਹਿਲਾਂ ਲੋਕ ਇਸ ਤਰ੍ਹਾਂ ਯੋਗ ਸਾਧਨਾਵਾਂ ਕਰਦੇ ਸਨ, ਪਰ ਪਾਤਸ਼ਾਹ ਕਹਿੰਦੇ ਅੱਜ ਕਲਯੁਗ ਦਾ ਸਮਾਂ ਹੈ, ਉਹ ਯੋਗ ਸਾਧਨਾਵਾਂ ਬੜੀਆਂ ਔਖੀਆਂ, ਉਹਨੂੰ ਹੱਠ ਯੋਗ ਕਹਿੰਦੇ ਸੀ। ਇਸ ਕਰਕੇ ਸਿੱਖੋ ਹੁਣ ਤੁਸੀਂ ਨਾ ਵਾਹਿਗੁਰੂ ਮੰਤਰ ਦਾ ਜਾਪ ਹੀ ਕਰ ਲਿਆ ਕਰੋ। ਇਹ ਸਹਿਜ ਯੋਗ ਹੈ ਜੋ ਬਾਬੇ ਨਾਨਕ ਨੇ ਸਾਨੂੰ ਦਿੱਤਾ ਹੈ। ਰਹਿਤ ਬਹਿਰ ਤਨ ਕੀ ਸਭ ਤਰੈ, ਜਿਵ ਗੁਰ ਭਣਿਓ ਨਾ ਤਿਸ ਤੇ ਡਰੈ। ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਗੁਰੂਆਂ ਨੇ ਕਿਹਾ ਹੈ, ਇਹ ਰਹਿਤ ਵਹਿਤ ਰੱਖਣੀ ਚਾਹੀਏ ਔਰ ਤਨ ਕਰਕੇ ਰਹਿਤ ਵਹਿਤ ਰੱਖਣੀ ਚਾਹੀਏ। ਜਿਵੇਂ ਗੁਰੂ ਨੇ ਕਿਹਾ ਉਵੇਂ ਚੱਲਣਾ ਚਾਹੀਏ। ਅੰਤਰ ਕੀ ਨਾ ਦਿਵ ਲਾਵੈ, ਅੰਤਰ ਬਿਰਤੀ ਨਾਮ ਲਿਵ ਲਾਵੈ। ਗੁਰੂ ਮੂਰਤ ਕੋਰ ਦੇ ਵਸਾਵੈ। ਔਰ ਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਵਸਾ ਲਵੇ ਤੇ ਬਿਰਤੀ ਨੂੰ ਸ਼ਬਦ ਨਾਲ ਜੋੜ ਲਵੇ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰ ਕੀ ਮੂਰਤ ਜਿਹੜੀ ਹੈ ਉਹ ਸ਼ਬਦ ਹੈ। ਧੁਨ ਮੈਂ ਧਿਆਨ ਵਿੱਚ ਜਾਣਿਆ। ਜਿਵੇਂ ਹੁਣ ਤੁਹਾਡਾ ਧਿਆਨ ਆ ਕਥਾ ਦੀ ਆਵਾਜ਼ ਵਿੱਚ ਲੱਗ ਰਿਹਾ, ਇਸੇ ਤਰ੍ਹਾਂ ਆਪੇ ਵਾਹਿਗੁਰੂ ਉਚਾਰਨ ਕਰੋ ਤੇ ਆਪੇ ਉਸ ਨੂੰ ਸੁਣੋ। ਇਸ ਤਰ੍ਹਾਂ ਹੌਲੀ ਹੌਲੀ ਇਸ ਰਸ ਆਉਣ ਲੱਗ ਜਾਂਦਾ ਹੈ। ਫਿਰ ਸਮਾਂ ਸਮਾਪਤੀ ਤੇ ਹੈ। ਰਹਿੰਦੀ ਵਿਚਾਰ ਇਸੇ ਵਿਸ਼ੇ ਤੇ ਹਜੇ ਹੋਰ ਚੱਲ ਰਹੀ, ਆਪਾਂ ਕੱਲ ਨੂੰ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व में पंचन गुणतास। हे सखी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे है हो बनहार। संत कै सदा संग दारा आधार। हे ठाकुर हो दासरो मैं निर्गुण गुण नहीं कोई। नानक दीजै नाम गाना राखो ही परोए। आए प्रभु शरणागति कृपा नित दयाल। एक अखर हर मन बसत नानक होत निहाल। एक ओंकार सतगुरु प्रसाद सच हुए। वाहिगुरु जी की फतेह है। विघ्न विनाशन सोए। वाहिगुरु जी की फतेह है।